ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕਿਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨਿਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾਢ ਭਵ ਜਲ ਫੇਰਿਆ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਹਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹਿ ਨ ਸਕਈ, ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨ ਵਿਛੜੀ ਆਹੋ। ਬਾਰ ਜਾਓ ਲਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਸਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਸਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਪੋਖ ਸੋਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਗ ਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਪਵਿੱਤਰ ਸਤ ਸੰਗਤ ਦਾ ਸੁਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ ਪ੍ਰਾਪਤ ਹੋਇਆ ਹੈ। ਅੱਜ ਪੋਹ ਦੇ ਮਹੀਨੇ ਦੀ ਸੰਗਰਾਂਦ ਦਾ ਪੁਰਬ ਹੈ। ਸੱਚੇ ਪਾਤਸ਼ਾਹ ਜੋ ਸਾਨੂੰ 12 ਮਾਹ ਮਾਝ ਦੇ ਅੰਦਰ ਗਰੀਬ ਨਵਾਜ਼ ਜੀ ਬਖਸ਼ਿਸ਼ ਕਰਦੇ ਹਨ, ਉਸ ਪਵਿੱਤਰ ਬਾਣੀ ਵਿੱਚੋਂ ਪੋਹ ਦੇ ਮਹੀਨੇ ਦਾ ਜੋ ਸਤਿਗੁਰਾਂ ਜੀ ਨੇ ਉਪਦੇਸ਼ ਦ੍ਰਿੜਾਇਆ ਹੈ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਆਪਾਂ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਬਾਣੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਪਾਵਨ ਅਸਥਾਨ 'ਤੇ ਜਦੋਂ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਪ੍ਰਵੇਸ਼ ਕਰਨ ਲੱਗੀਏ ਤਾਂ ਸੱਜੇ ਹੱਥ ਤੱਕੀਏ ਅਤੇ ਉਹ ਪਵਿੱਤਰ ਥੜਾ ਸਾਹਿਬ ਮੌਜੂਦ ਹੈ, ਜਿਸ ਪਾਵਨ ਥੜਾ ਸਾਹਿਬ ਦੇ ਉੱਪਰ ਬੈਠ ਕਰਕੇ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਬਾਣੀ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕੀਤੀ। ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਪੰਡਤ ਚੱਲ ਕੇ ਆਇਆ ਸੀ ਜੋ ਬਾਣੀ ਦੀ ਉਥਾਨਕਾ ਹੈ। ਬੇਨਤੀ ਕੀਤੀ ਸੀ, ਮਹਾਰਾਜ ਮੈਂ ਬਹੁਤ ਵਿੱਦਿਆ ਪੜ੍ਹਿਆ ਹਾਂ, ਪਰ ਮਹਾਰਾਜ ਮੇਰੀ ਉਪਜੀਵਕਾ ਬਹੁਤ ਮੈਨੂੰ ਤੰਗੀ ਆਉਂਦੀ ਹੈ, ਕੋਈ ਰੋਜੀ ਰੋਟੀ ਦਾ ਸਾਧਨ ਨਹੀਂ ਹੈ। ਜੇ ਆਪਣੀ ਸੰਗਤ ਵਿੱਚ ਆਪ ਮਹਾਰਾਜ ਮੈਨੂੰ ਮਹੀਨੇ ਦਾ ਫਲਾਦੇਸ਼ ਸੁਣਾਉਣ ਦੀ ਆਗਿਆ ਦਿਓ, ਮੈਂ ਕਥਾ ਕਰ ਲਿਆ ਕਰਾਂ। ਜੋ ਸੰਗਤ ਤਿਲ ਫੁੱਲ ਭੇਟਾ ਦੇਵੇਗੀ ਉਹਦੇ ਨਾਲ ਮੇਰਾ ਗੁਜ਼ਾਰਾ ਚੱਲ ਪਵੇਗਾ। ਹਜ਼ੂਰ ਨੇ ਦਇਆ ਕੀਤੀ, ਆਗਿਆ ਕਰ ਦਿੱਤੀ। ਸੰਗਤ ਦੀ ਮਾਇਆ ਕਰਕੇ ਪੰਡਤ ਦਾ ਮਨ ਫਿਰ ਬਦਲ ਗਿਆ। ਮਨ ਵਿੱਚ ਸੋਚਦਾ ਫਲਾਦੇਸ਼ ਮੈਂ ਸੁਣਾਵਾਂ, ਅਤੇ ਮੱਥਾ ਸਾਰੇ ਗੁਰੂ ਸਾਹਿਬ ਨੂੰ ਟੇਕਦੇ ਹੈ, ਨਮਸਕਾਰ ਗੁਰੂ ਸਾਹਿਬ ਨੂੰ ਕਰਦੇ ਹੈ, ਅਤੇ ਸਿੱਖਾਂ ਨੂੰ ਫਿਰ ਆਖਣ ਲੱਗ ਗਿਆ। ਕਹਿੰਦਾ ਜੇ ਮਹੀਨੇ ਦਾ ਫਲਾਦੇਸ਼ ਮੈਂ ਦੱਸ ਸਕਦਾ ਅਤੇ ਫਿਰ ਨਮਸਕਾਰ ਵੀ ਮੈਨੂੰ ਹੋਣੀ ਚਾਹੀਦੀ ਹੈ। ਅਸੀਂ 4 ਯੁੱਗਾਂ ਤੋਂ ਬ੍ਰਾਹਮਣ
ਪੂਜਦੇ ਯੋਗ ਰਹੇ ਹਾਂ, ਸਾਨੂੰ ਸਾਰੇ ਪੂਜਦੇ ਰਹੇ ਹੈ। ਇਹਨਾਂ ਨੇ ਕਲਯੁਗ ਵਿੱਚ ਨਵੀਂ ਰੀਤੀ ਚਲਾ ਕੇ ਸਾਡੀ ਪੂਜਾ ਹਟਾ ਦਿੱਤੀ ਹੈ। ਇਹੋ ਜਿਹੀਆਂ ਕਈ ਗੱਲਾਂ ਜਿਹੜੀਆਂ ਜਦੋਂ ਬੇਮੁਖਤਾਈ ਵਾਲੀਆਂ ਬ੍ਰਾਹਮਣ ਨੇ ਕੀਤੀਆਂ। ਚੇਤਰ ਦੀ ਸੰਗਰਾਂਦ ਆਈ, ਕਥਾ ਨਹੀਂ ਕਰਨ ਆਇਆ, ਸਿੱਖਾਂ ਦੇ ਭੇਜਣ ਦੇ ਬਾਵਜੂਦ ਵੀ ਨਹੀਂ ਆਇਆ। ਫਿਰ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਕਿਉਂਕਿ ਸਿੱਖ ਆਪਸ ਦੇ ਵਿੱਚ ਬਚਨ ਵਿਲਾਸ ਤਾਂ ਕਰਦੇ, ਪਰ ਗੁਰੂ ਸਾਹਿਬ ਜੀ ਨੂੰ ਜਿਹੜਾ ਹੈ ਉਹ ਕੌਣ ਕਹੇ, ਬੇਨਤੀ ਕੌਣ ਕਰੇ। ਫਿਰ ਸਾਰੀਆਂ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਨੂੰ, ਭਾਈ ਗੁਰਦਾਸ ਸਾਹਿਬ ਨੂੰ ਹੀ ਬੇਨਤੀ ਕੀਤੀ। ਫਿਰ ਸੰਗਤਾਂ ਨੂੰ ਨਾਲ ਲੈ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਦੀਆਂ ਸੰਗਤਾਂ ਕਦੋਂ ਤੋਂ ਮਹਾਰਾਜ ਫਿਰ ਇਹਨਾਂ ਦੇ ਕੋਲੋਂ ਫਲਾਦੇਸ਼ ਸੁਣਨ ਵਾਸਤੇ ਪਿੱਛੇ ਲੱਗੀਆਂ ਰਹਿਣਗੀਆਂ। ਮਹਾਰਾਜ ਆਪ ਕਿਰਪਾ ਕਰਕੇ ਕੋਈ 12ਵਾਂ ਨਾਮੇ ਬਾਣੀ ਉਚਾਰੋ ਜਿਸ ਵਿੱਚ ਮਹੀਨਿਆਂ ਦਾ ਫਲਾਦੇਸ਼ ਹੋਵੇ। ਸੱਚੇ ਪਾਤਸ਼ਾਹ ਜੀ ਨੇ ਫਿਰ ਆਗਿਆ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਤੁਖਾਰੀ ਰਾਗ ਵਿੱਚ 12ਵਾਂ ਹੈ, ਉਹਨੂੰ ਪੜ੍ਹ ਲਿਆ ਕਰੋ, ਸੁਣਿਆ ਕਰੋ ਬਾਣੀ ਨੂੰ ਪਿਆਰ ਨਾਲ। ਫਿਰ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਜੋ ਪਹਿਲੇ ਸਰੂਪ ਵਿੱਚ ਆਪ ਨੇ ਬਾਣੀ ਉਚਾਰੀ ਹੈ, ਮਹਾਰਾਜ ਉਹ ਪੜ੍ਹਨ ਮਾਤਰ ਸੇ, ਸਮਝਣ ਮਾਤਰ ਸੇ, ਕਿਉਂਕਿ ਉਹਦੇ ਅੰਦਰ ਆਪ ਨੇ ਬੜੇ ਅਲੰਕਾਰ ਵਰਤੇ ਹੈ। ਮਹਾਰਾਜ ਜਿਹੜੇ ਹਿਰਦੇ ਵਿਹਾਰਾਂ ਵਿੱਚ ਖੁੱਬੇ ਹੁੰਦੇ ਹੈ ਉਹਨਾਂ ਨੂੰ ਜਲਦੀ ਸਮਝ ਨਹੀਂ ਪੈਂਦੀ। ਮਹਾਰਾਜ ਕੋਈ ਐਸੀ ਸਰਲ ਬਾਣੀ ਉਚਾਰੋ ਕਿ ਸੰਸਾਰ ਵਿੱਚ ਖੁੱਬੇ ਹੋਏ ਮਨ ਵੀ ਜਿਹੜੇ ਆ ਉਹਨਾਂ ਨੂੰ ਸਮਝ ਪੈ ਜਾਵੇ ਅਤੇ ਆਪਣਾ ਪਰਮਾਰਥ ਦਾ ਭਲਾ ਕਰ ਸਕਣ, ਪਰਮਾਰਥ ਦਾ ਰਾਹ ਪਛਾਣ ਸਕਣ। ਇਉਂ ਸੱਚੇ ਪਾਤਸ਼ਾਹ ਜੀ ਨੇ ਫਿਰ ਜਦੋਂ ਬੇਨਤੀ ਸੁਣੀ, ਹਜ਼ੂਰ ਨੇ ਫਿਰ ਆਗਿਆ ਕੀਤੀ। ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਮੰਗਵਾਈ। ਇਹ ਮਰਿਆਦਾ ਨਾਲ ਕਾਇਮ ਕੀਤੀ ਕਿ ਜਦੋਂ ਮਹੀਨੇ ਦਾ ਸਮਾਂ ਆਵੇ ਉਦੋਂ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਪਹਿਲਾਂ ਤਿਆਰ ਕਰਕੇ ਜਿਹੜੀ ਹੈ ਲੈ ਆਉਣੀ, ਅਤੇ ਫਿਰ ਮਹੀਨੇ ਦਾ ਜਿੱਥੇ ਪਾਠ ਕਰਨਾ ਨਾਲ ਹੀ ਸਾਰੇ 12 ਮਾਹ ਦਾ ਪਾਠ ਕਰਨਾ, ਅਤੇ ਹੋ ਸਕੇ ਤਾਂ ਫਿਰ ਇਸ ਜਿਹੜਾ ਵੀ ਮਹੀਨਾ ਚੜ੍ਹਿਆ ਹੋਵੇ ਉਸ ਮਹੀਨੇ ਦੀ ਕਥਾ ਹੋਵੇ। ਜੇ ਕਥਾ ਨਾ ਹੋ ਸਕੇ ਤਾਂ ਪਿਆਰ ਨਾਲ ਫਿਰ ਉਸ ਮਹੀਨੇ ਨੂੰ ਸਰਵਣ ਕਰਨਾ, ਇੱਕ ਗ੍ਰੰਥੀ ਸਿੰਘ ਤਾਬਿਆ ਬੈਠ ਕਰਕੇ ਸਰਵਣ ਕਰਵਾਵੇ। ਇਹ ਹਜ਼ੂਰ ਨੇ ਆਗਿਆ ਕੀਤੀ। ਕੜਾਹ ਪ੍ਰਸ਼ਾਦ ਦੀ ਦੇਗ ਜ਼ਰੂਰ ਪਹਿਲਾਂ ਬਣ ਕਰਕੇ ਸਤਿਗੁਰੂਆਂ ਦੀ ਹਜ਼ੂਰੀ ਵਿੱਚ ਲਿਆਉਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਪਣੇ ਮੁਖ ਤੋਂ ਇਹ ਪਵਿੱਤਰ ਬਾਣੀ ਦਾ ਉਚਾਰਨ ਕੀਤਾ। ਪਹਿਲੀ ਬਾਣੀ ਮਹਾਰਾਜ ਜੀ ਨੇ ਵਾਹਿਗੁਰੂ ਪਹਿਲੀ ਪੌੜੀ ਜੋ ਹੈ ਉਹ ਮੰਗਲ ਰੂਪ ਉਚਾਰੀ ਹੈ, ਅਤੇ ਫਿਰ ਅਖੀਰਲੀ ਪੌੜੀ ਵੀ ਮਹਾਰਾਜ ਨੇ ਮੰਗਲ ਰੂਪ ਉਚਾਰਨ ਕੀਤੀ ਹੈ, ਅਤੇ ਬਾਕੀ ਇੱਕ ਇੱਕ ਪੌੜੀ ਸੱਚੇ ਪਾਤਸ਼ਾਹ ਨੇ ਇੱਕ ਇੱਕ ਮਹੀਨੇ ਦਾ ਗਰੀਬ ਨਵਾਜ ਜੀ ਨੇ ਜਿਹੜਾ ਹੈ ਉਹ ਫਲਾਦੇਸ਼ ਸੱਚੇ ਪਾਤਸ਼ਾਹ ਨੇ ਦੱਸਿਆ ਹੈ। ਜਿਹੜਾ ਹੈ ਸਨਾਤਨੀ ਮਤ ਮੁਤਾਬਕ ਜਿਹੜੇ ਆ ਚੰਗੇ ਮਾੜੇ ਗ੍ਰਹਿ ਮੰਨੇ ਜਾਂਦੇ ਹੈ। ਮਾੜੇ ਗ੍ਰਹਿਆਂ ਤੋਂ ਬਚਣ ਲਈ ਬੜੀ ਜ਼ਿਆਦਾ ਪੂਜਾ ਅਤੇ ਹੋਰ ਕਈ ਕਰਮ ਕਾਂਡ ਦੱਸੇ ਜਾਂਦੇ ਹੈ। ਸੱਚੇ ਪਾਤਸ਼ਾਹ ਜੀ ਨੇ ਨਾਨਾ ਪ੍ਰਕਾਰ ਦੀ ਪੂਜਾ ਤੋਂ, ਨਾਨਾ ਪ੍ਰਕਾਰ ਦੇ ਕਰਮ ਕਾਂਡਾਂ ਤੋਂ ਵਰਜ ਕੇ ਇੱਕ ਵਾਹਿਗੁਰੂ ਦੀ ਪੂਜਾ ਵਿੱਚ ਮਹਾਰਾਜ ਜੀ ਨੇ ਲਾਇਆ। ਹੋਰ ਸਾਰੇ ਕਰਮਾਂ ਕਾਂਡਾਂ ਦਾ ਤਿਆਗ ਕਰਕੇ ਇੱਕ ਨਾਮ ਦੇ ਜਪਣ ਵਿੱਚ, ਸੇਵਾ ਦੇ ਕਰਨ ਵਿੱਚ ਸੱਚੇ ਪਾਤਸ਼ਾਹ ਜੀ ਨੇ ਲਾਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜਦੋਂ ਮਹੀਨਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਫਲਾਦੇਸ਼, ਅਤੇ ਕਿਹੜੇ ਰੁੱਤ ਵਿੱਚ ਕਿਹੜਾ ਕਰਮ ਕਮਾਈਏ ਅਤੇ ਉਹ ਫਿਰ ਫਲੀਭੂਤ ਹੁੰਦਾ ਹੈ। ਮਹਾਰਾਜ ਜੀ ਉਹ ਰੁੱਤਾਂ ਅਨੁਸਾਰ ਵੀ ਉਪਦੇਸ਼ ਦਿੱਤਾ ਹੈ। ਇੱਥੇ ਮਹਾਰਾਜ ਜੀ ਨੇ 12 ਮਹੀਨਿਆਂ ਦੁਆਰਾ ਹਜ਼ੂਰ ਨੇ ਸਿੱਖਿਆ ਦਿੱਤੀ ਹੈ,
ਤੇ ਗ੍ਰਹਿ ਮਾੜੇ ਜਾਂ ਚੰਗੇ ਉਹਦੇ ਲਈ ਹੁੰਦੇ ਹੈ ਜਿਹਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ, ਉਹਨੂੰ ਚੰਗੇ ਵੀ ਮਾੜੇ ਹੋ ਕਰਕੇ ਫਿਰ ਲੱਗਦੇ ਹੈ। ਵਾਹਿਗੁਰੂ ਜੀ ਦਾ ਚੇਤਾ ਜਿਸ ਨੂੰ ਰਹਿੰਦਾ ਏ ਉਹਨੂੰ ਸਦਾ ਹੀ ਸੁਖ ਰਹਿੰਦਾ ਹੈ। ਮਹਾਰਾਜ ਕਹਿੰਦੇ ਆ ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੈ। ਜਿਹਨੂੰ ਪਰਮੇਸ਼ਰ ਨਹੀਂ ਚੇਤੇ ਆਉਂਦਾ ਉਹਨੂੰ ਸ਼ਗਨ ਵੀ ਅਪਸ਼ਗਨ ਹੋ ਕਰਕੇ ਲੱਗਦੇ ਆ। ਇਹ ਮਹੀਨਿਆਂ ਦਾ ਜੋ ਰਾਸਾਂ ਨੇ ਇਹਨਾਂ ਦਾ ਸੰਬੰਧ ਸੂਰਜ ਦੀ ਚਾਲ ਨਾਲ ਹੁੰਦਾ ਹੈ। ਸੰਕਰਾਂਤ ਤੋਂ ਬਦਲ ਕੇ ਸੰਗਰਾਂਦ ਸ਼ਬਦ ਬਣਿਆ ਹੈ। ਸਹਿਤ ਕ੍ਰਾਂਤੀ ਦੇ ਸੂਰਜ ਦਾ ਰੱਥ ਜਦੋਂ ਇੱਕ ਰਾਸ ਵਿੱਚੋਂ ਨਿਕਲ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਇਸ ਤਬਦੀਲੀ ਨੂੰ ਸੰਗਰਾਂਦ ਕਿਹਾ ਜਾਂਦਾ ਹੈ। ਸਿੱਖਾਂ ਵਿੱਚ ਵੀ ਕਈ ਭੁਲੇਖੇ ਪਾਉਂਦੇ ਹੈ ਕਿ ਸੰਗਰਾਂਦ ਮਨਾਉਣੀ ਨਹੀਂ ਚਾਹੀਦੀ, ਇਹ ਮਨਮਤਵ ਹੈ। ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਹੈ ਉਹ ਮਨਮਤ ਨਹੀਂ ਹੋ ਸਕਦੀ, ਗੁਰਮਤਿ ਹੈ। ਮਹਾਰਾਜ ਜੀ ਦਾ ਉਪਦੇਸ਼ ਗੁਰੂ ਜੀ ਦੇ ਦੁਆਰੇ 'ਤੇ ਆ ਕਰਕੇ ਸਰਵਣ ਕਰਨਾ, ਸੰਗਤ ਕਰਨੀ ਅਤੇ ਉਹਦੇ ਨਾਲ ਭਾਰੀ ਲਾਭ ਪ੍ਰਾਪਤ ਹੁੰਦਾ ਹੈ। ਜੇ ਸੰਗਰਾਂਦ ਵਾਲੇ ਦਿਨ ਹੀ ਭਾਰੀ ਇਕੱਠ ਹੁੰਦਾ ਕਿਉਂਕਿ ਉਹ ਸੋਚਦੇ ਹੈ ਕਿ ਮਹੀਨਾ ਚੰਗਾ ਵਧੀਆ ਲੰਘਦਾ ਹੈ, ਅਤੇ ਜੇ ਰੋਜ਼ ਗੁਰੂ ਸਾਹਿਬ ਦੀ ਸੰਗਤ ਕਰੀਏ, ਕਥਾ ਸੁਣੀਏ ਅਤੇ ਫਿਰ ਜ਼ਿੰਦਗੀ ਕਿੰਨੀ ਚੰਗੀ ਲੰਘੇਗੀ। ਇਸ ਕਰਕੇ ਜਿੱਥੇ ਇਹ ਸਮਝਦੇ ਆ ਕਿ ਇਕੱਲੀ ਸੰਗਰਾਂਦ ਨੂੰ ਗੁਰਦੁਆਰੇ ਸਾਹਿਬ ਜਾਣਾ ਚਾਹੀਦਾ ਹੈ, ਨਹੀਂ ਰੋਜ਼ ਜਾਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੀ ਸੰਗਤ ਕਰਨੀ ਚਾਹੀਦੀ ਹੈ, ਭਾਵ ਮਨ ਦੇ ਅੰਦਰ ਸ਼ਰਧਾ ਰੱਖ ਕਰਕੇ। ਫਿਰ ਸੱਚੇ ਪਾਤਸ਼ਾਹ ਜੀ ਜਨਮ ਹੀ ਸੁਖਦਾਈ ਕਰ ਦਿੰਦੇ ਹੈ, ਕਾਰਜ ਸਾਰੇ ਸੌਰ ਜਾਂਦੇ ਹੈ, ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਜੋ ਇਹ ਪੋਹ ਦੇ ਮਹੀਨੇ ਦੁਆਰਾ ਮਹਾਰਾਜ ਜੀ ਹੁਣ ਸਿੱਖਿਆ ਦਿੰਦੇ ਹੈ, ਆਓ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੋਖ ਤੁਖਾਰ ਨ ਵਿਆਪਈ। ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਦੇ ਨਾਮ ਦੀ ਮਹਿਮਾ ਮਹਾਰਾਜ ਜੀ ਦੱਸਦੇ ਹੈ। ਇਹ ਜਿਹੜਾ ਪੋਹ ਦਾ ਮਹੀਨਾ ਹੈ, ਸਤਿਗੁਰੂ ਜੀ ਇਸ ਨੂੰ ਪੋਖ ਲਿਖ ਰਹੇ ਆ, ਪੱਪੇ ਨੂੰ ਹੋੜਾ ਅਤੇ ਖੱਖੇ ਨੂੰ ਸਿਹਾਰੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਇਹ ਮਹੀਨਾ ਜਿਵੇਂ ਠੰਡ ਵਾਲਾ ਹੁੰਦਾ ਨਾ, ਮਹਾਰਾਜ ਕਹਿੰਦੇ ਉਹਨਾਂ ਨੂੰ ਤੁਖਾਰ ਠੰਡ ਨਹੀਂ ਵਿਆਪਦੀ ਹੈ। ਕੰਠ ਮਿਲਿਆ ਹਰ ਨਾਹੋ। ਜਿਨ੍ਹਾਂ ਦੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲਿਆ ਹੋਇਆ ਹੈ, ਜਿਨ੍ਹਾਂ ਨੇ ਕੰਠ ਵਿੱਚ ਨਾਮ ਨੂੰ ਧਾਰਨ ਕਰ ਲਿਆ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਪੋਹ ਦੇ ਮਹੀਨੇ ਦੀ ਜਿਹੜੀ ਠੰਡ ਵੈ ਉਹਨਾਂ ਨੂੰ ਵਿਆਪਦੀ ਨਹੀਂ। ਭਾਵੇਂ ਕਿ ਸਰੀਰ ਕਰਕੇ ਗੁਰਮੁਖ ਪਿਆਰੇ ਬਾਹਰੋਂ ਸੰਸਾਰ ਦੇ ਵਿਹਾਰਾਂ ਨੂੰ ਕਰਦੇ ਹੋਏ ਅਤੇ ਜਿਵੇਂ ਜ਼ਿੰਦਗੀ ਦੇ ਅੰਦਰ ਲੋੜਾਂ ਹੁੰਦੀਆਂ ਹਨ, ਗਰਮੀ ਵਿੱਚ ਜਿਹੜੇ ਆ ਉਹ ਸਾਦੇ ਜਿਹੜੇ ਆ ਕੱਪੜੇ ਇਹੋ ਜਿਹੇ ਪਹਿਨਦੇ ਆ, ਭਾਵੇਂ ਕਿ ਜਿਹੜੇ ਠੰਡੇ ਹੋਣ, ਸਰਦੀਆਂ ਦੇ ਅੰਦਰ ਉਹ ਕੱਪੜੇ ਪਹਿਨਦੇ ਆ ਜਿਨ੍ਹਾਂ ਨਾਲ ਜਿਹੜੀ ਹੈ ਉਹ ਗਰਮੀ ਹੋਵੇ, ਭਾਵ ਗਰਮ ਕੱਪੜੇ ਪਹਿਨਦੇ ਆ। ਪਰ ਮਨ ਕਰਕੇ ਉਹਨਾਂ ਨੂੰ ਨਾ ਠੰਡ ਵਿਆਪਦੀ ਹੈ ਅਤੇ ਨਾ ਤਪਸ਼ ਵਿਆਪਦੀ ਹੈ। ਜਦੋਂ ਮਹਾਰਾਜ ਨੇ ਹਾੜ ਦੇ ਮਹੀਨੇ ਦਾ ਜ਼ਿਕਰ ਕੀਤਾ ਅਤੇ ਉੱਥੇ ਵੀ ਕਿਹਾ ਨਾ ਕਿ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿੰਨਾ ਪਾਸ। ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈ ਨਹੀਂ, ਉਹਨਾਂ ਨੂੰ ਹਾੜ ਦਾ ਮਹੀਨਾ ਬੜਾ ਤਪਦਾ ਹੋਇਆ ਲੱਗਦਾ ਹੈ। ਇਸ ਕਰਕੇ ਬਾਹਰੋਂ ਤਾਂ ਸਰੀਰਕ ਵਿਵਹਾਰ ਉਵੇਂ ਹੀ ਕਰਦੇ ਹੈ, ਪਰ ਉਹਨਾਂ ਨੂੰ ਸੱਚਮੁੱਚ ਹੀ ਨਾ ਤਪਸ਼ ਵਿਆਪਦੀ ਹੈ ਅਤੇ ਨਾ ਹੀ ਠੰਡ ਵਿਆਪਦੀ ਹੈ। ਕੋਈ
ਇੱਕ ਇਹੋ ਜਿਹੇ ਵੀ ਲੋਕ ਹਨ ਜਿਹੜੇ ਆਪਣੇ ਮਨ ਦੀ ਜਿਹੜੀ ਹੈ ਬਿਰਤੀ ਉਹਨੂੰ ਇਕਾਗਰ ਕਰ ਲੈਂਦੇ ਹੈ ਅਤੇ ਮਨ ਦੀ ਬਿਰਤੀ ਇਕਾਗਰ ਕਰਕੇ ਠੰਡੀ ਬਰਫ਼ ਦੇ ਉੱਤੇ ਬੈਠ ਜਾਂਦੇ ਹੈ ਅਤੇ ਉਹਨਾਂ ਦੇ ਸਰੀਰ ਦੇ ਉੱਤੇ ਕੋਈ ਠੰਡ ਦਾ ਪ੍ਰਭਾਵ ਨਹੀਂ ਪ੍ਰਗਟ ਹੁੰਦਾ। ਐਸੇ ਕਈ ਆਪਣੀਆਂ ਜਿਹੜੀਆਂ ਉਹ ਮੂਵੀਆਂ ਵੀ ਬਣਾ ਪਾਉਂਦੇ ਹੈ। ਉਹਨਾਂ ਦੇ ਸਰੀਰ ਨੂੰ ਠੰਡ ਕਿਉਂ ਨਹੀਂ ਅਸਰ ਕਰਦੀ? ਕਿਉਂਕਿ ਗਰਮੀ ਸਰਦੀ ਅਸਲ ਵਿੱਚ ਮਨ ਕਰਕੇ ਹੀ ਵਿਆਪਦੀ ਹੈ। ਜਦੋਂ ਮਨ ਕਰਕੇ ਇਹਨਾਂ ਦੇ ਪ੍ਰਭਾਵ ਨੂੰ ਨਾ ਕਬੂਲੇ, ਮਨ ਇਕਾਗਰ ਹੋ ਜਾਵੇ ਅਤੇ ਫਿਰ ਇਹ ਜਿਹੜਾ ਹੈ ਬਾਹਰਲਾ ਅਸਰ ਉਹ ਸਰੀਰ ਦੇ ਉੱਪਰ ਨਹੀਂ ਪੈਂਦਾ ਹੈ। ਜਦੋਂ ਵਾਹਿਗੁਰੂ ਜੀ ਦੇ ਨਾਮ ਵਿੱਚ ਸੁਰਤ ਟਿਕ ਜਾਂਦੀ ਹੈ, ਮਨ ਇੰਨਾ ਇਕਾਗਰ ਹੋ ਜਾਂਦਾ ਹੈ ਕਿ ਬਾਹਰੀ ਪ੍ਰਭਾਵਾਂ ਤੋਂ ਸਰੀਰ ਵੀ ਆਜ਼ਾਦ ਹੋ ਜਾਂਦਾ ਹੈ। ਪ੍ਰਤੱਖ ਵਿਆਪਦੀ ਨੀਂਦ, ਭੁੱਖ, ਆਲਸ, ਬੁਕਾਰ ਇਹ ਸਭ ਕੁਝ ਖਹਿੜਾ ਛੱਡ ਜਾਂਦੇ ਅਤੇ ਜਿਹੜੇ ਮਨ ਨੂੰ ਟਿਕਾ ਕਰਕੇ ਕੇਵਲ ਮਨੋਵਿਗਿਆਨਕ ਜਿਵੇਂ ਦੱਸਦੇ ਹੈ, ਉਹ ਠੰਡ ਵਿੱਚ ਤਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਸਹੀ ਰੱਖ ਲੈਣਗੇ, ਗਰਮੀ ਵਿੱਚ ਵੀ ਜਿਹੜਾ ਹੈ ਉਹ ਗਰਮੀ ਵੱਧ ਨੂੰ ਬਰਦਾਸ਼ਤ ਕਰ ਲੈਣਗੇ, ਕਿਉਂਕਿ ਮਨੋਵਿਗਿਆਨਕਾਂ ਨੂੰ ਪੜ੍ਹ ਕੇ ਮਨ ਦੀ ਬਿਰਤੀ ਜਿਹੜੀ ਉਹ ਰੋਕਣੀ ਜਾਣ ਲਈ ਹੈ। ਪਰ ਜਦੋਂ ਰੁਕੀ ਹੋਈ ਬਿਰਤੀ ਫਿਰ ਸੰਸਾਰ ਵਿੱਚ ਆਉਂਦੀ ਹੈ, ਉਹਨਾਂ ਕੋਲੋਂ ਵਿਕਾਰਾਂ ਦਾ ਜਿਹੜਾ ਨਾ ਫੁਰਨਾ ਉਹ ਨਹੀਂ ਰੋਕਿਆ ਜਾਂਦਾ। ਪਰ ਮਹਾਰਾਜ ਜੀ ਦਾ ਜਿਹੜਾ ਨਾਮ ਹੈ ਉਹਦੇ ਨਾਲ ਸਾਰੇ ਵਿਕਾਰਾਂ ਦੇ ਫੁਰਨੇ ਰੁਕ ਜਾਂਦੇ ਹੈ। ਨੀਂਦ, ਆਲਸ, ਭੁੱਖ ਸਭ ਕੁਝ ਸਰੀਰ ਦੇ ਧਰਮ ਹਨ ਭਾਵੇਂ, ਪਰ ਇਹ ਸਾਰੇ ਹੀ ਫਿਰ ਖਹਿੜਾ ਛੱਡ ਜਾਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਪੋਖ ਤੁਖਾਰ ਨਾ ਵਿਆਪਈ। ਪੋਹ ਦੇ ਮਹੀਨੇ ਵਿੱਚ ਠੰਡ ਤਾਂ ਬਹੁਤ ਹੁੰਦੀ ਹੈ, ਪਰ ਉਹਨਾਂ ਨੂੰ ਨਹੀਂ ਵਿਆਪਦੀ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਆ ਕੰਠ ਮਿਲਿਆ ਹਰ ਨਾਹੋ। ਕੰਠ ਵਿੱਚ ਵਾਹਿਗੁਰੂ ਦਾ ਨਾਮ ਹੀ ਮਿਲ ਗਿਆ ਹੈ, ਉਹਨਾਂ ਨੂੰ ਨਹੀਂ ਵਿਆਪਦੀ ਹੈ। ਜਿਵੇਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਜਿਹੜਾ ਤਪ ਕੀਤਾ ਹੈ ਦੁਸ਼ਟ ਦਮਨ ਦੇ ਰੂਪ ਵਿੱਚ, ਜੋ ਮਹਾਰਾਜ ਜੀ ਨੇ ਆਪਣੇ ਕਲਮ ਨਾਲ ਲਿਖਿਆ ਹੈ ਕਿ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ, ਤਹ ਹਮ ਅਦਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਆਰਾਧੀ। ਉੱਥੇ ਪਾਂਡਵ ਵੀ ਗਲ ਗਏ ਸੀਗੇ ਬਰਫ਼ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਨੇ ਉੱਥੇ ਤਪੱਸਿਆ ਕੀਤੀ ਜਿੱਥੇ ਸਰੀਰ ਦਾ ਰਹਿਣਾ ਬੜਾ ਔਖਾ ਹੈ, ਬੜਾ ਦੁਸਤਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਹੇਮੀ ਬਰਫ਼ ਨੂੰ ਕਹਿੰਦੇ ਹੈ। ਬਰਫ਼ ਦੇ ਕੁੰਡ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਬੈਠ ਕੇ ਅਸੀਂ ਜਿਹੜਾ ਅਸੀਂ ਬੰਦਗੀ ਕਰਨਾ ਕੀਤੀ। ਇਹ ਨਾਮ ਦਾ ਪ੍ਰਤਾਪ ਹੈ ਕਿ ਬਾਹਰ ਜਿਹੜਾ ਪ੍ਰਭਾਵ ਹੈ ਬਾਹਰੀ ਮੌਸਮ ਦਾ ਉਹ ਸਰੀਰ ਦੇ ਉੱਤੇ ਵਿਆਪਦਾ ਹੀ ਨਹੀਂ, ਫਿਰ ਲੱਗਦਾ ਹੀ ਨਹੀਂ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਇਸੇ ਪ੍ਰਕਾਰ ਹੀ ਪੋਖ ਤੁਖਾਰ ਨ ਵਿਆਪਈ। ਅਸਲ ਵਿੱਚ ਇਹ ਜਿਹੜਾ ਪੋਹ ਹੈ ਨਾ, ਇਹ ਮਨੁੱਖਾ ਸਰੀਰ ਰੂਪੀ ਪੋਹ ਦਾ ਮਹੀਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮਨੁੱਖਾ ਸਰੀਰ ਰੂਪੀ ਪੋਹ ਦੇ ਮਹੀਨੇ ਵਿੱਚ ਉਹਨਾਂ ਨੂੰ ਜੜਤਾ ਰੂਪੀ ਪਾਲਾ, ਪਾਪਾਂ ਰੂਪੀ ਪਾਲਾ ਜਿਹੜਾ ਹੈ ਉਹ ਨਹੀਂ ਵਿਆਪਦਾ। ਕੰਠ ਮਿਲਿਆ ਹਰ ਨਾਹੋ। ਜਿਨ੍ਹਾਂ ਦੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲਿਆ ਹੋਇਆ ਨਾ, ਉਹਨਾਂ ਨੂੰ ਫਿਰ ਪਾਪਾਂ ਰੂਪੀ ਪਾਲਾ ਨਹੀਂ ਵਿਆਪਦਾ ਹੈ। ਜਿਹੜਾ ਹੈ ਜੜਤਾ ਰੂਪੀ ਪਾਲਾ ਨਹੀਂ ਉਹਨਾਂ ਨੂੰ ਵਿਆਪਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਮਨੁੱਖਾ ਜਨਮ ਰੂਪੀ ਪੋਹ ਦੇ ਮਹੀਨੇ ਅੰਦਰ ਜਿਹੜੀ ਅਵਿਦਿਆ ਹੈ, ਜੀਵ ਜਾਗਦੇ ਹੀ ਨਹੀਂ, ਅਗਿਆਨ ਵਿੱਚ ਹੀ ਮਨ ਸੁੱਤਾ ਰਹਿੰਦਾ ਹੈ, ਉਹਨਾਂ ਨੂੰ ਨਹੀਂ ਵਿਆਪਦੀ ਜਿਹੜੇ ਨਾਮ ਨੂੰ ਧਾਰਨ ਕਰ ਲੈਂਦੇ ਹੈ, ਨਾਮ ਨੂੰ ਕੰਠ 'ਚ ਹੀ ਵਸਾ ਲੈਂਦੇ ਹੈ। ਪਹਿਲੋਂ ਰਸਨਾ 'ਤੇ ਜਾਪ ਕਰਦੇ ਹੈ, ਰਸਨਾ ਤੋਂ ਫਿਰ ਕੰਠ ਵਿੱਚ ਉਤਰਦਾ ਹੈ। ਜਦੋਂ ਕੰਠ 'ਚ ਹੀ ਵਸ ਜਾਵੇ, ਹਰ ਵੇਲੇ ਗਲੇ 'ਚ ਧਾਰਨ ਕਰਕੇ ਰੱਖਦੇ ਹੈ। ਕਹਿੰਦੇ ਹੈ ਕਿ ਸ਼ਿਵਾਂ ਦੇ ਗਲ ਵਿੱਚ ਸੱਪ ਪਾਏ ਹੋਏ ਹੈ, ਪਰ ਉਹ ਸੱਪਾਂ ਦੀ ਜ਼ਹਿਰ ਇਸ ਕਰਕੇ ਨਹੀਂ ਚੜ੍ਹਦੀ ਕਿਉਂਕਿ ਸ਼ਿਵਾ ਨੇ ਕੰਠ ਵਿੱਚ
ਨਾਮ ਨੂੰ ਧਾਰਨ ਕੀਤਾ ਹੋਇਆ ਹੈ। ਵਾਹਿਗੁਰੂ ਨਾਮ ਦੀ ਮਹਾਰਾਜ ਮਹਿਮਾ ਦੱਸਦੇ ਹੈ ਕਿ ਗੁਰਸਿੱਖੋ, ਜੇ ਨਾਮ ਨੂੰ ਕੰਠ ਵਿੱਚ ਧਾਰਨ ਕਰ ਲਿਆ ਨਾ, ਤੇ ਫਿਰ ਮਨੁੱਖਾ ਜਨਮ ਦੇ ਅੰਦਰ ਜਿਹੜੇ ਕੋਈ ਪਰਾਰਬਧ ਕਰਕੇ ਪਾਪ, ਕਿਉਂਕਿ ਜਿਹੜੇ ਜੀਵ ਚਾਹ ਕੇ ਪਾਪ ਕਰਦਾ ਉਹ ਤਾਂ ਵੱਖਰੇ ਹੈ, ਪਰ ਅਚਨਚੇਤ ਹੀ ਪਾਪ ਜਿਹੜੇ ਹੱਥੋਂ ਹੋ ਜਾਂਦੇ ਹੈ, ਜਿਹੜੇ ਕੋਈ ਲਿਖਤ ਵਿੱਚ ਹਨ ਉਹ ਵੀ ਜਿਹੜੇ ਆ ਵਿਆਪਦੇ ਨਹੀਂ ਫਿਰ ਨਾਮ ਕਰਕੇ, ਉਹ ਵੀ ਪਾਪ ਜਿਹੜੇ ਆ ਖਹਿੜਾ ਛੱਡ ਜਾਂਦੇ, ਪਾਪ ਕੋਲੋਂ ਹੀ ਭੱਜ ਜਾਂਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਨਾਮ ਨੂੰ ਆਪਣੇ ਕੰਠ ਵਿੱਚ ਧਾਰਨ ਕਰ ਲਈਏ ਤਾਂ ਇਸੇ ਪ੍ਰਕਾਰ ਹੀ ਪੋਖ ਤੁਖਾਰ ਨ ਵਿਆਪਈ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਜਿਹੜਾ ਇਹ ਪੋਹ ਦਾ ਮਹੀਨਾ ਰੂਪੀ ਮਨੁੱਖਾ ਜਨਮ ਹੈ ਨਾ, ਇਹਦੇ ਅੰਦਰ ਤੁਖਾਰ ਠੰਡ ਕਿਹੜੀ ਹੈ? ਬਿਰਧ ਅਵਸਥਾ ਰੂਪੀ ਠੰਡ ਵੈ। ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਬਿਰਧ ਅਵਸਥਾ ਰੂਪੀ ਠੰਡ ਨਹੀਂ ਵਿਆਪਦੀ। ਕਿਹਨਾਂ ਨੂੰ? ਮਹਾਰਾਜ ਦੱਸਦੇ ਨੇ, ਕੰਠ ਮਿਲਿਆ ਹਰ ਨਾਹੋ। ਜਿਨ੍ਹਾਂ ਦੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲ ਗਿਆ ਨਾ, ਉਹਨਾਂ ਲਈ ਕਿਹਾ ਹੈ ਕਿ ਗੁਰਮੁਖ ਬੁੱਢੇ ਕਦੇ ਨਾਹੀਂ। ਜਿਨ੍ਹਾਂ ਅੰਤਰ ਸੁਰਤ ਗਿਆਨ, ਉਹ ਕਦੇ ਬੁੱਢੇ ਨਹੀਂ ਹੁੰਦੇ। ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਜਿਹੜਾ ਹੈ ਬਿਰਧ ਅਵਸਥਾ ਦਾ ਪਾਲਾ ਜਿਹੜਾ ਹੈ ਨਾ ਨਹੀਂ ਵਿਆਪਦਾ। ਬਿਰਧ ਅਵਸਥਾ ਵਿੱਚ ਜਾ ਕਰਕੇ ਜਿਹੜਾ ਹੈ ਉਹ ਬਿਨਾਂ ਹੀ ਪਾਲੇ ਤੋਂ ਜਿਹੜਾ ਹੈ ਸਰੀਰ ਕੰਬਣ ਲੱਗ ਜਾਂਦਾ ਨਾ ਬਿਰਧ ਅਵਸਥਾ ਦੀ। ਜਿਵੇਂ ਕਿਹਾ ਹੈ, ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾਹੇ, ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਹੂ ਨਾਹੇ। ਫਰੀਦ ਜੀ ਦਾ ਇਹ ਸ਼ਬਦ ਹੈ, ਫਰੀਦਾ ਰੁੱਤ ਫਿਰੀ ਵਣ ਕੰਬਿਆ। ਜਦੋਂ ਰੁੱਤ ਫਿਰਦੀ ਹੈ ਨਾ, ਭਾਵ ਇਹ ਸਰਦ ਰੁੱਤ ਆਉਂਦੀ ਹੈ, ਤੇ ਫਿਰ ਜਦੋਂ ਸਰਦ ਰੁੱਤ ਦਾ ਪ੍ਰਕੋਪ ਆਉਂਦਾ ਹੈ ਤੇ ਪੱਤੇ ਜਿਹੜੇ ਆ ਉਹ ਝੜਨ ਲੱਗ ਪੈਂਦੇ ਆ। ਇਸ ਪ੍ਰਕਾਰ ਭਾਵੇਂ ਕਿ ਪੱਤ ਝੜਦੀ ਰੁੱਤ ਕਰਕੇ ਝੜ ਜਾਂਦੇ ਆ ਸਾਰੇ ਹੀ ਪੱਤੇ, ਜਦੋਂ ਇਹ ਠੰਡ ਦੀ ਰੁੱਤ ਆਉਂਦੀ ਹੈ ਸਾਰੇ ਕੁਝ ਹੀ ਜਿਹੜਾ ਹੈ ਰਸ ਜਿਹੜਾ ਉਹ ਸੋਖਿਆ ਜਾਂਦਾ। ਜਿਵੇਂ ਤੁਖਾਰੀ ਰਾਗ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਿਆ ਨਾ, ਪੋਖ ਤੁਖਾਰ ਪੜੈ ਵਣ ਤਿਨ ਰਸ ਸੋਖੈ। ਜਦੋਂ ਪੋਹ ਦੇ ਮਹੀਨੇ ਦੀ ਤੁਖਾਰ ਠੰਡ ਪੈਂਦੀ ਹੈ ਨਾ, ਉਦੋਂ ਵਣ ਜੰਗਲਾਂ ਵਿੱਚੋਂ ਤੇ ਤ੍ਰਿਣ ਕੱਖਾਂ ਵਿੱਚੋਂ ਰਸ ਸੋਖ ਲੈਂਦੀ ਹੈ ਇਹ ਠੰਡ। ਰੁੱਖ ਜਿਹੜੇ ਆ ਉਹ ਸੁੱਕ ਜਾਂਦੇ ਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਵਣ ਦੀ ਨਿਆਈ ਤਾਂ ਇਹ ਸਰੀਰ ਹੈ, ਤੇ ਕੱਖ ਦੀ ਨਿਆਈ ਹਨ ਇੰਦਰੇ। ਇੰਦਰੀਆਂ ਵਿੱਚੋਂ ਵੀ ਅਤੇ ਸਰੀਰ ਰੂਪੀ ਵਣ ਰੁੱਖ ਵਿੱਚੋਂ ਵੀ ਬਿਰਧ ਅਵਸਥਾ ਰੂਪੀ ਜਿਹੜੀ ਠੰਡ ਹੈ ਨਾ, ਇਹ ਜਵਾਨੀ ਰੂਪੀ ਰਸ ਨੂੰ ਸੋਖ ਲੈਂਦੀ ਹੈ, ਖਿੱਚ ਲੈਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਇਉਂ ਇੰਦਰੇ ਵੀ ਫਿਰ ਝੜ ਜਾਂਦੇ ਆ ਬਿਰਧ ਅਵਸਥਾ ਕਰਕੇ। ਜਿਹੜੀ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈ ਆ, ਅਵਰ ਕਰੇਂਦੀ ਵੰਨ। ਹੋਰ ਦੇ ਹੋਰ ਹੀ ਰੰਗ ਕਰਦੀ ਹੋਈ ਦੇਹੀ ਜਿਹੜੀ ਹੈ ਬਦਲਦੀ ਹੋਈ। ਅੱਖਾਂ ਵੇਖ ਵੇਖ ਕੇ ਪਤਲੀਆਂ ਪੈ ਜਾਂਦੀਆਂ, ਸੁਣ ਸੁਣ ਕੇ ਕੰਨ ਜਿਹੜੇ ਆ ਉਹ ਬੋਲੇ ਹੋ ਜਾਂਦੇ ਆ। ਇਉਂ ਜਿਹੜੀ ਬਿਰਧ ਅਵਸਥਾ ਹੈ ਨਾ, ਇੰਦਰੀਆਂ ਰੂਪੀ ਕੱਖਾਂ ਵਿੱਚੋਂ ਵੀ ਰਸ ਸੋਖ ਲੈਂਦੀ ਹੈ। ਸੁਣਨ ਦੀ ਕੰਨਾਂ 'ਚ ਸ਼ਕਤੀ ਨਹੀਂ ਰਹਿੰਦੀ, ਹੱਥਾਂ 'ਚ ਪਕੜਨ ਦੀ ਸ਼ਕਤੀ ਨਹੀਂ ਰਹਿੰਦੀ, ਪੈਰਾਂ ਕਰਕੇ ਚੱਲਣ ਦੀ ਸ਼ਕਤੀ ਨਹੀਂ ਰਹਿੰਦੀ। ਇਉਂ ਇੰਦਰੀਆਂ ਦਾ ਵੀ ਜਿਹੜਾ ਜ਼ੋਰ ਹੈ ਨਾ ਉਹ ਸਿਥਲ ਪੈ ਜਾਂਦਾ, ਖਿੱਚ ਲੈਂਦੀ ਹੈ ਬਿਰਧ ਅਵਸਥਾ ਰੂਪੀ ਠੰਡ। ਤੇ ਸਰੀਰ ਦਾ ਵੀ ਸਾਰਾ ਹੀ ਜਿਹੜਾ ਹੈ ਬਲ ਉਹ ਨਿਰਬਲ ਹੋ ਜਾਂਦਾ ਹੈ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਨਾਮ ਧਾਰਨ ਕੀਤਾ ਹੋਇਆ ਨਾ, ਸਰੀਰ ਕਰਕੇ ਭਾਵੇਂ ਬਿਰਧ ਦਿਸਦੇ ਆ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਚੇਤੇ ਕੀਤਾ ਸੀ ਨਾ, ਆਪਣਾ ਅੰਤ ਦਾ ਸਮਾਂ ਜਾਣ ਕਰਕੇ, ਤੇ ਗੁਰੂ ਸਾਹਿਬ ਜੀ ਨੂੰ ਫਿਰ ਸੁਨੇਹਾ ਭੇਜਿਆ ਸੀ। ਲੰਬੀ ਸਾਖੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਦੋਂ ਸੁਨੇਹਾ ਮਿਲਿਆ ਤੇ ਹਜੂਰ ਆਪ ਚੱਲ ਕਰਕੇ ਜਦੋਂ ਆਏ ਤੇ ਨਗਾਰੇ ਦੀ ਆਵਾਜ਼ ਨਾਲ ਤੇ ਸੰਖਾਂ ਦੇ ਨਾਦ ਨਾਲ ਰਮਦਾਸ ਨਗਰ ਦੇ ਅੰਦਰ ਪਤਾ ਲੱਗ ਗਿਆ ਕਿ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਸਵਾਰੀ ਆ ਰਹੀ ਹੈ। ਤੇ ਸਿੱਖਾਂ ਨੇ ਜਾ ਕੇ ਬਾਬਾ ਬੁੱਢਾ ਸਾਹਿਬ ਨੂੰ ਦੱਸਿਆ ਕਿ ਹਜੂਰ ਆ ਰਹੇ ਹੈ। ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਵਾਸਤੇ ਜਿਹੜਾ ਸੀ ਨਾ ਅੱਗੋਂ ਆਪ ਲੈਣ ਲਈ ਆ ਗਏ। ਜਦੋਂ ਨਗਰ ਦੇ ਬਾਹਰ ਫਿਰਨੀ ਤੇ ਆ ਗਏ
ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਤਿਕਾਰ ਲਈ ਅੱਗੇ ਤੁਰੇ ਆਉਂਦੇ ਐ। ਉੱਥੋਂ ਦੇ ਨਗਰ ਵਾਸੀ ਸਿੱਖ ਹਨ, ਨਾਲ ਸੰਗਤਾਂ ਹਨ, ਨਾਲ ਮਹਾਰਾਜ ਦੇ ਸਤਿਕਾਰ ਲਈ। ਤੇ ਜਦੋਂ ਦੂਰ ਸਤਿਗੁਰਾਂ ਜੀ ਦੀ ਅਸਵਾਰੀ ਨਿਗਾਹ ਪਈ ਬਾਬਾ ਬੁੱਢਾ ਸਾਹਿਬ ਜੀ ਦੀ, ਤੇ ਭਾਵੇਂ ਕਿ ਸਰੀਰ ਦੀ ਬੜੀ ਬਿਰਧ ਅਵਸਥਾ ਹੈ, ਪਰ ਅੰਦਰ ਪ੍ਰੇਮ ਨੇ ਇਹੋ ਜਿਹਾ ਉਛਾਲਾ ਮਾਰਿਆ ਕਿ ਬਾਬਾ ਬੁੱਢਾ ਸਾਹਿਬ ਕੋਲੋਂ ਤੁਰਨ ਦਾ ਫਿਰ ਬਲ ਨਾ ਰਿਹਾ। ਬੈਠ ਗਏ, ਬੈਠ ਕੇ ਸਤਿਗੁਰਾਂ ਦੇ ਪ੍ਰੇਮ ਵਿੱਚ ਮਗਨ ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਦੀ ਇਹ ਅਵਸਥਾ ਜਾਣਦੇ, ਇਸ ਆਨੰਦ ਨੂੰ ਜਾਂ ਬਾਬਾ ਬੁੱਢਾ ਸਾਹਿਬ ਜੀ ਜਾਣਦੇ ਆ ਜਾਂ ਗੁਰੂ ਸਾਹਿਬ ਜਾਣਦੇ ਆ। ਫਿਰ ਮਹਾਰਾਜ ਸਾਹਿਬ ਜੀ ਨੇ ਆਪ ਉਤਰ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਉਠਾਇਆ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕੰਠ ਲਾਇਆ ਬਾਬਾ ਬੁੱਢਾ ਸਾਹਿਬ ਜੀ ਨੂੰ। ਇਹ ਜਦੋਂ ਇਹੋ ਜਿਹੀ ਪ੍ਰੀਤ ਦੀ ਅਵਸਥਾ ਹੈ, ਉੱਥੇ ਫਿਰ ਸਰੀਰ ਭਾਵੇਂ ਬਾਹਰੋਂ ਦਿਸਦਾ ਤੇ ਹੈ ਕਿ ਬਿਰਧ ਹੋ ਗਿਆ, ਤੇ ਪਰ ਜਿਹੜਾ ਹੈ ਉਹ ਮਨ ਦੇ ਉੱਤੇ ਕੋਈ ਵੀ ਬਿਰਧ ਅਵਸਥਾ ਦਾ ਜ਼ੋਰ ਨਹੀਂ ਹੁੰਦਾ। ਢੋਲ ਆ ਕੇ ਨੀਂਦ ਆਉਂਦੀ ਹੈ, ਇਸ ਕਰਕੇ ਢੋਲ ਉਹ ਅੱਗੇ ਹੋ ਕੇ ਕਥਾ ਸੁਣ ਲਓ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਪੋਖ ਤੁਖਾਰ ਨ ਵਿਆਪਈ। ਪੋਹ ਦੇ ਮਹੀਨੇ ਦੀ ਜਿਹੜੀ ਠੰਡ ਵੈ, ਭਾਵ ਮਨੁੱਖਾ ਜਨਮ ਰੂਪੀ ਪੋਹ ਦੇ ਮਹੀਨੇ ਵਿੱਚ ਬਿਰਧ ਅਵਸਥਾ ਰੂਪੀ ਪਾਲਾ ਜਿਹੜਾ ਮਹਾਰਾਜ ਕਹਿੰਦੇ ਨਹੀਂ ਵਿਆਪਦਾ। ਕੰਠ ਮਿਲਿਆ ਹਰ ਨਾਹੋ। ਜਦੋਂ ਕੰਠ ਵਿੱਚ ਵਾਹਿਗੁਰੂ ਦਾ ਨਾਮ ਸੱਚੇ ਪਾਤਸ਼ਾਹ ਜੀ ਕਹਿੰਦੇ ਮਿਲ ਜਾਵੇ, ਮਨ ਬੇਦਿਆ ਚਰਨਾਰ ਬਿੰਦ। ਪਿਆਰ ਉਹ ਕੈਸਾ ਹੈ, ਜਦੋਂ ਨਾਮ ਕੰਠ ਵਿੱਚ ਆ ਕਰਕੇ ਮਿਲ ਜਾਂਦਾ ਹੈ ਤੇ ਉਹਦੀ ਅਵਸਥਾ ਕੈਸੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਜਿਹੜਾ ਨਾ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਵਿੰਨਿਆ ਜਾਂਦਾ ਹੈ। ਜਿਵੇਂ ਭਵਰਾ ਨਹੀਂ ਕਮਲ ਫੁੱਲ ਦਾ ਰਸ ਲੈਂਦਾ ਹੋਇਆ ਉਹਦੇ ਵਿੱਚ ਹੀ ਮਸਤ ਹੋ ਜਾਂਦਾ ਹੈ, ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰ ਦੇ ਵਿੱਚ ਹੀ ਜਿਹੜਾ ਨਾ ਚਰਨ ਅਰਬਿੰਦ ਤੋਂ ਭਾਵ ਕਿ ਚਰਨ ਕਮਲ, ਜਿਵੇਂ ਕਮਲਾਂ ਵਿੱਚ ਭੌਰਾ ਮਸਤ ਹੋ ਜਾਂਦਾ, ਮਕਰੰਦ ਰਸ ਲੈਂਦਾ, ਇਵੇਂ ਮਨ ਜਿਹੜਾ ਫਿਰ ਪ੍ਰੀਤ ਦੀ ਰੀਤ ਵਿੱਚ ਵਿੰਨਿਆ ਜਾਂਦਾ, ਪਰੋਇਆ ਜਾਂਦਾ ਹੈ ਤੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਰਸ ਜਿਹੜਾ ਹੈ ਉਹ ਲੈਂਦਾ ਏ। ਦਰਸ਼ਨ ਲੱਗੜਾ ਸਾਹੋ। ਜਿਹੜਾ ਦਰਸ਼ਨ ਹੈ ਨਾ ਵਾਹਿਗੁਰੂ ਜੀ ਦਾ, ਉਸ ਦਰਸ਼ਨ ਦੇ ਕਰਨ ਨੂੰ ਸਾਹੋ ਉਤਸ਼ਾਹ ਲੱਗ ਜਾਂਦਾ ਹੈ। ਬੜਾ ਮਨ ਦੇ ਅੰਦਰ ਉਮਾਹ ਹੁੰਦਾ ਹੈ, ਬੜਾ ਚਾਅ ਹੁੰਦਾ ਹੈ ਵਾਹਿਗੁਰੂ ਦੇ ਦਰਸ਼ਨ ਦੇ ਕਰਨ ਦਾ, ਪਰਮੇਸ਼ਰ ਦੇ ਦਰਸ਼ਨਾਂ ਦਾ। ਮਹਾਰਾਜ ਕਹਿੰਦੇ ਇੰਨਾ ਚਾਅ ਲੱਗਦਾ ਹੈ ਕਿ ਦਰਸ਼ਨ ਲੱਗੜਾ ਸਾਹੋ। ਸਵਾਸ ਜਿਹੜਾ ਹੈ ਨਾ ਦਰਸ਼ਨਾਂ ਨੂੰ ਚੇਤੇ ਕਰਦੇ ਆ। ਇੱਕ ਇੱਕ ਸਾਹ ਨਹੀਂ ਬਿਰਥਾ ਜਾਣ ਦਿੰਦੇ, ਉਹ ਹਰੇਕ ਸਵਾਸ ਨੂੰ ਸਫਲਾ ਕਰਦੇ ਆ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਉਂ ਇੱਕ ਇੱਕ ਸਾਹ ਜਿਹੜਾ ਹੈ ਉਹ ਸਫਲਾ ਕਰਦੇ ਹੈ। ਸਾਹੋ ਦਾ ਅਰਥ ਉਤਸ਼ਾਹ ਦੇ ਨਾਲ ਮਹਾਰਾਜ ਦੇ ਦਰਸ਼ਨਾਂ ਨੂੰ ਲੋਚਦੇ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਦਰਸ਼ਨਾਂ ਵਾਸਤੇ ਫਿਰ ਉਤਸ਼ਾਹ ਮਨ ਦੇ ਅੰਦਰ ਲੱਗ ਜਾਂਦਾ ਏ। ਓਟ ਗੋਵਿੰਦ ਗੋਪਾਲ ਰਾਏ। ਜੋ ਰਾਏ ਰਾਜਾ ਸਰੂਪ ਹੈ ਨਾ, ਮਹਾਰਾਜ ਕਹਿੰਦੇ ਜੋ ਗੋ ਕਹੀਏ ਇੰਦਰੀਆਂ ਤੇ ਬਿੰਦ ਕਹੀਏ ਪ੍ਰਕਾਸ਼ਕ, ਗੋ ਕਹੀਏ ਪ੍ਰਿਥਵੀ ਤੇ ਪਾਲ ਕਹੀਏ ਪਾਲਕ। ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਜੋ ਪ੍ਰਿਥਵੀ ਦਾ ਪਾਲਕ ਹੈ, ਉਹ ਰਾਏ ਰਾਜਾ ਸਰੂਪ ਪਰਮੇਸ਼ਰ ਉਹਦੀ ਓਟ ਗ੍ਰਹਿਣ ਕਰ ਲੈਂਦੇ, ਵਾਹਿਗੁਰੂ ਦੀ ਓਟ ਆਪਣੇ ਮਨ ਦੇ ਅੰਦਰ ਧਾਰਦੇ ਹਨ। ਸੇਵਾ ਸੁਆਮੀ ਲਾਹੋ। ਉਹਨਾਂ ਨੂੰ ਇਹੋ ਹੀ ਲਾਹੋ ਲਾਭ ਹੈ ਕਿ ਮਾਲਕ ਦੀ ਸੇਵਾ ਕਰ ਲਈਏ, ਗੁਰੂ ਜੀ ਦੀ ਸੇਵਾ ਕਰ ਲਈਏ। ਸੇਵਾ ਦਾ ਹੀ ਵੱਡਾ ਲਾਭ ਜਿਹੜਾ ਹੈ ਉਹ ਖੱਟਦੇ ਹੈ, ਸੰਗਤ ਦੇ ਕਰਨ ਦਾ ਲਾਭ ਖੱਟਦੇ ਹੈ, ਨਾਮ ਦੇ ਜਪਣ ਦਾ ਲਾਹਾ ਲੈਂਦੇ ਹੈ, ਹੋਰ ਸੰਸਾਰ ਦੇ ਝੂਠੇ ਲਾਹੇ ਤਿਆਗ ਦਿੰਦੇ ਹੈ। ਕਿਉਂ ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਨਾ, ਕਬੀਰ ਲੂਟਣਾ ਹੈ ਤਾਂ ਲੂਟ ਲੈ, RAM ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਨ ਜਾਹੇਂਗੇ ਛੂਟ। ਕਹਿੰਦੇ ਲੁੱਟਣ ਵਾਲੀ ਚੀਜ਼ ਹੈ, ਲਾਹਾ ਲੈਣ ਵਾਲੀ ਤਾਂ ਉਹ ਪਰਮੇਸ਼ਰ ਦਾ ਨਾਮ ਹੈ। ਨਾਮ ਦਾ ਲਾਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੈਂਦੇ ਹੈ, ਤੇ ਓਟ ਆਪਣੇ ਮਨ ਵਿੱਚ ਆਸਰਾ ਜਿਹੜਾ ਹੈ ਨਾ ਉਹ ਪਰਮੇਸ਼ਰ ਦਾ ਰੱਖਦੇ ਹੈ, ਹੋਰ ਕਿਸੇ ਦਾ ਆਸਰਾ ਨਹੀਂ ਆਪਣੇ ਮਨ ਦੇ ਅੰਦਰ ਧਾਰਦੇ। ਇੱਕ ਵਾਹਿਗੁਰੂ ਦੀ ਓਟ ਗ੍ਰਹਿਣ ਕਰਦੇ ਹੈ।
ਮਨ ਦੇ ਅੰਦਰ ਪ੍ਰੀਤ ਲੱਗ ਜਾਂਦੀ ਹੈ, ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਹੈ। ਵਾਹਿਗੁਰੂ ਜੀ ਇਹੋ ਜੀ ਅਦੁੱਤੀ ਸ਼ਕਤੀ ਉਹਨਾਂ ਦੇ ਅੰਦਰ ਪਾ ਦਿੰਦੇ ਹੈ ਕਿ ਸਾਰੇ ਸਰੀਰ ਦੇ ਜਿਹੜੇ ਖਟ ਵਿਕਾਰ ਹਨ, ਉਹ ਜਿਹੜੇ ਸਰੀਰ ਦੇ ਖਟ ਵਿਕਾਰ ਮਨ ਦੇ ਉੱਤੇ ਨਹੀਂ ਵਿਆਪਦੇ। ਫਿਰ ਮਨ ਉਹਨਾਂ ਦਾ ਜਿਹੜਾ ਉਹਨਾਂ ਖਟ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਰੀਰ ਦਾ ਵੀ ਬਹੁਤ ਸਾਰਾ ਜਿਹੜਾ ਹੈ ਨਾ, ਉਹ ਜਿਵੇਂ ਗੁਲਾਮ ਹੈ ਸਰੀਰ ਭੁੱਖ ਦਾ, ਨੀਂਦ ਦਾ, ਤੇਹ ਦਾ, ਇਉਂ ਇਹ ਗੁਲਾਮੀ ਵੀ ਸਰੀਰ ਦੀ ਫਿਰ ਹਟ ਜਾਂਦੀ ਹੈ। ਕਿਉਂਕਿ ਜਿਨ੍ਹਾਂ ਨੂੰ ਇੱਕ ਨਾਮ ਦੀ ਪ੍ਰੀਤ ਲੱਗ ਗਈ, ਦਰਸ਼ਨਾਂ ਦਾ ਉਤਸ਼ਾਹ ਮਨ ਦੇ ਅੰਦਰ, ਲਾਹਾ ਨਾਮ ਦਾ ਜਪ ਖਟ ਰਹੇ ਹੈ। ਸੱਚੇ ਪਾਤਸ਼ਾਹ ਕਹਿੰਦੇ ਓਟ ਪਰਮੇਸ਼ਰ ਦੀ ਹੈ ਉਹਨਾਂ ਨੂੰ, ਫਿਰ ਉਹ ਇਹਨਾਂ ਚੀਜ਼ਾਂ ਤੋਂ ਆਜ਼ਾਦ ਹੋ ਜਾਂਦੇ ਹੈ। ਸਰੀਰ ਉਹਨਾਂ ਦਾ ਸੁਤੰਤਰ ਹੋ ਜਾਂਦਾ ਹੈ, ਮਨ ਉਹਨਾਂ ਦਾ ਜਿਹੜਾ ਵਾਹਿਗੁਰੂ ਦੇ ਪਿਆਰ ਵਿੱਚ ਭਿੱਜ ਜਾਂਦਾ ਏ। ਵਿਖਿਆ ਪੋਹਿ ਨ ਸਕਈ। ਮਹਾਰਾਜ ਕਹਿੰਦੇ ਜਿਹੜੀ ਵਿਖਿਆ ਜ਼ਹਿਰ ਰੂਪ ਮਾਇਆ ਹੈ ਨਾ, ਉਹ ਤਾਂ ਇਹੋ ਜਿਹੇ ਪ੍ਰੇਮ ਕਰਨ ਵਾਲੇ ਪ੍ਰੇਮੀ ਗੁਰਮੁਖ ਨੂੰ ਪੋਹ ਨਹੀਂ ਸਕਦੀ, ਆ ਕਰਕੇ ਸ਼ੋਭ ਨਹੀਂ ਸਕਦੀ। ਜ਼ਹਿਰ ਰੂਪ ਜਿਹੜੇ ਵਿਸ਼ੇ ਹਨ, ਉਹ ਵੀ ਫੁਰਨੇ ਮਾਤਰ ਤੱਕ ਵੀ ਉਹਨਾਂ ਕੋਲ ਨਹੀਂ ਆਉਂਦੇ, ਕਿਉਂਕਿ ਫੁਰਨੇ 'ਚ ਤਾਂ ਵਾਹਿਗੁਰੂ ਦੀ ਪ੍ਰੀਤ ਵਸ ਗਈ ਹੈ, ਫੁਰਨੇ 'ਚ ਤਾਂ ਉਤਸ਼ਾਹ ਲੱਗ ਗਿਆ ਦਰਸ਼ਨਾਂ ਦੇ ਕਰਨ ਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਿਖਿਆ ਪੋਹੇ ਨਾ ਸਕਈ। ਜਿਹੜੀ ਵਿਖਿਆ ਮਾਇਆ ਹੈ, ਜ਼ਹਿਰ ਰੂਪ ਵਿਸ਼ੇ ਹਨ, ਵਕਾਰ ਹਨ, ਮੈਲ ਰੂਪ, ਗੰਦਗੀ ਰੂਪ, ਉਹਨਾਂ ਨੂੰ ਪੋਹ ਵੀ ਨਹੀਂ ਸਕਦੇ, ਆ ਕੇ ਛੋਹ ਨਹੀਂ ਸਕਦੇ ਹਨ। ਮਿਲ ਸਾਧੂ ਗੁਣ ਗਾਹੋ। ਕਿਉਂ ਨਹੀਂ ਛੋਹ ਸਕਦੇ? ਕਿਉਂਕਿ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਉਹ ਗੁਣਾਂ ਨੂੰ ਗਾਹੋ ਗਾਇਨ ਕਰਦੇ ਐ, ਗੁਣਾਂ ਨੂੰ ਗਾਹੋ ਗ੍ਰਹਿਣ ਕਰ ਲੈਂਦੇ ਐ, ਗੁਣਾਂ ਨੂੰ ਧਾਰਨ ਕਰ ਲੈਂਦੇ ਐ, ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਆ ਸਦਾ ਸਤ ਸੰਗਤ ਵਿੱਚ ਮਿਲ ਕਰਕੇ। ਜਹ ਤੇ ਉਪਜੀ ਤਹ ਮਿਲੀ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਐ ਕਿ ਜਿੱਥੋਂ ਇਹ ਜੀਵ ਦੀ ਹੋਂਦ ਬਣੀ ਹੈ ਨਾ ਪਰਮੇਸ਼ਰ ਤੋਂ, ਕਹੋ ਕਬੀਰ ਇਹੋ ਰਾਮ ਕੀ ਅੰਸ, ਫਿਰ ਨਾਮ ਜਪ ਕਰਕੇ ਤਹ ਮਿਲੀ। ਜਿੱਥੋਂ ਉਪਜੀ ਸੀ ਉਸੇ ਵਾਹਿਗੁਰੂ ਵਿੱਚ ਅਭੇਦ ਹੋ ਗਈ। ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ, ਓਰਾ ਗਰ ਪਾਣੀ ਪਿਆ ਜਾਏ ਮਿਲਿਓ ਢਲ ਕੂਲ। ਕਹਿੰਦੇ ਜਿਵੇਂ ਬਰਫ਼ ਠੰਡ ਦੇ ਨਾਲ ਬਰਫ਼ ਬਣ ਜਾਂਦੀ ਹੈ ਨਾ, ਪਰ ਜਦੋਂ ਸੂਰਜ ਦੀ ਗਰਮੈਸ਼ ਪੈਂਦੀ ਹੈ ਤੇ ਉਹ ਫਿਰ ਢਲ ਕੇ ਫਿਰ ਪਾਣੀ ਬਣ ਜਾਂਦੀ ਹੈ, ਤੇ ਫਿਰ ਪਾਣੀ ਜਦੋਂ ਬਣੀ ਹੋਈ ਫਿਰ ਸਮੁੰਦਰ ਵਿੱਚ ਬੂੰਦ ਰਲ ਜਾਂਦੀ ਹੈ, ਫਿਰ ਉਹਦਾ ਵੱਖਰਾਪੁਣਾ ਨਹੀਂ ਰਹਿੰਦਾ ਹੈ। ਇਵੇਂ ਜੜਤਾ ਕਰਕੇ ਜੀਵਪੁਣਾ ਹੈ, ਅਗਿਆਨ ਕਰਕੇ ਜੀਵਪੁਣਾ ਹੈ। ਜਦੋਂ ਗਿਆਨ ਹੋ ਜਾਂਦਾ ਹੈ ਤੇ ਫਿਰ ਭਰਮ ਦਾ ਨਾਸ਼ ਹੋ ਜਾਂਦਾ ਹੈ। ਭਰਮ ਦੇ ਦੂਰ ਹੋਣੇ ਕਰਕੇ ਆਪਣੇ ਆਪੇ ਨੂੰ ਪਹਿਚਾਣ ਲੈਂਦਾ ਹੈ। ਫਿਰ ਜਿੱਥੋਂ ਉਪਜਿਆ ਹੈ, ਜਿਸ ਪਰਮੇਸ਼ਰ ਤੋਂ ਇਹਦੀ ਹੋਂਦ ਬਣੀ ਹੈ, ਉੱਥੇ ਹੀ ਜਾ ਕਰਕੇ ਫਿਰ ਅਭੇਦ ਹੋ ਜਾਂਦਾ ਹੈ, ਉੱਥੇ ਹੀ ਜਾ ਕਰਕੇ ਸਮਾ ਜਾਂਦਾ ਹੈ। ਜਿਸ ਦੀ ਬਾਬਤ ਮਹਾਰਾਜ ਨੇ ਕਿਹਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਹ ਤੇ ਉਪਜੀ ਤਹ ਮਿਲੀ। ਜਿੱਥੇ ਪਰਮੇਸ਼ਰ ਤੋਂ ਉਪਜੀ ਸੀ ਇਹ ਜੀਵ ਰੂਪੀ ਇਸਤਰੀ, ਉੱਥੇ ਪਰਮੇਸ਼ਰ ਦੇ ਅੰਦਰ ਹੀ ਜਾ ਕਰਕੇ ਮਿਲ ਗਈ, ਅਭੇਦ ਹੋ ਗਈ। ਇਹ ਰਸਤਾ ਜਿਹੜਾ ਵਾਹਿਗੁਰੂ ਵਿੱਚ ਅਭੇਦ ਹੋਣ ਨੂੰ ਹੀ ਜਾਂਦਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਸਤ ਸੰਗਤ ਇੰਨੇ ਪਿਆਰ ਨਾਲ ਕਰਦੇ ਐ, ਗੁਣਾਂ ਨੂੰ ਗਾਉਂਦੇ ਰਹਿੰਦੇ ਐ, ਮਨ ਪ੍ਰੇਮ ਵਿੱਚ ਭਿੱਜਾ ਰਹਿੰਦਾ ਹੈ, ਦਰਸ਼ਨਾਂ ਦਾ ਉਤਸ਼ਾਹ ਲੱਗਾ ਹੋਇਆ ਹੈ, ਤੇ ਜਿਵੇਂ ਚੁੱਬਕ ਫਿਰ ਲੋਹੇ ਨੂੰ ਖਿੱਚ ਲੈਂਦੀ ਹੈ ਨਾ, ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਫਿਰ ਆਪਣੇ ਵੱਲ ਖਿੱਚ ਲੈਂਦੇ ਹੈ। ਜਦੋਂ ਐਸੇ ਗੁਣਾਂ ਭਰਪੂਰ ਵਾਹਿਗੁਰੂ ਦਾ ਉਹ ਆਵਾਹਨ ਕਰਦੇ ਹੈ ਤੇ ਪਰਮੇਸ਼ਰ ਤੋਂ ਫਿਰ ਇੰਨਾ ਪ੍ਰਭਾਵਿਤ ਹੋ ਜਾਂਦਾ, ਮਨ ਆਕਰਸ਼ਿਤ ਹੋ ਜਾਂਦਾ, ਖਿੱਚਿਆ ਜਾਂਦਾ ਹੈ, ਵਾਹਿਗੁਰੂ ਦਾ ਰੂਪ ਹੀ ਹੋਰ ਨਿਬੜਦੇ ਆ। ਸੱਚੀ ਪ੍ਰੀਤ ਸਮਾਹੋ। ਇਹ ਸੱਚੀ ਪ੍ਰੀਤ ਹੈ, ਸੱਚੇ ਪ੍ਰੇਮ ਕਰਕੇ ਵਾਹਿਗੁਰੂ ਦੇ ਅੰਦਰ ਉਹ ਸਮਾ ਜਾਂਦੇ ਹੈ। ਸਮਾਹੋ ਸਮਾਹੜਾ ਆਨੰਦ ਪ੍ਰਾਪਤ ਹੁੰਦਾ ਹੈ ਇਹ ਸੱਚੀ ਪ੍ਰੀਤ ਕਰਕੇ। ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਹੈ ਕਿ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਹੋਰਨਾਂ ਨਾਲੋਂ ਕਹਿੰਦੇ ਤੋੜ ਦਿੱਤੀ ਹੈ। ਇਹ ਸੱਚਾ ਪ੍ਰੇਮ ਹੈ ਭਗਵਾਨ ਤੇਰੇ ਨਾਲ ਜੋੜਿਆ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਅੰਦਰ ਮਹਾਰਾਜ ਨੇ ਉਹ ਪ੍ਰੀਤ ਦੀ
ਸੱਚੇ ਪਾਤਸ਼ਾਹ ਜੀ ਨੇ ਰੀਤ ਪੋਹ ਦੇ ਮਹੀਨੇ ਵਿੱਚ ਦਰਸਾਈ ਹੈ। ਪਹਿਲਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦਰਸਾਇਆ ਹੈ ਕਿ ਇਹ ਸਰੀਰ ਜਿਹੜਾ ਹੈ ਨਾਸ਼ਵੰਤ ਹੈ। ਜਿਵੇਂ ਮਹਾਰਾਜ ਨੇ ਕਿਹਾ ਨਾ ਕਿ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖ ਹੈ। ਜਦੋਂ ਪੋਹ ਦੇ ਮਹੀਨੇ ਦੀ ਠੰਡ ਪੈਂਦੀ ਹੈ, ਮਹਾਰਾਜ ਕਹਿੰਦੇ ਉਦੋਂ ਸਰੀਰ ਵਿੱਚੋਂ ਅਤੇ ਇੰਦਰੀਆਂ ਵਿੱਚੋਂ ਰਸ ਜਿਹੜਾ ਹੈ ਨਾ ਬਿਰਧ ਅਵਸਥਾ ਰੂਪੀ ਠੰਡ, ਪੋਹ ਦਾ ਮਹੀਨਾ ਮਨੁੱਖਾ ਜਨਮ, ਇਹਦੇ ਵਿੱਚ ਜਦੋਂ ਬਿਰਧ ਅਵਸਥਾ ਰੂਪੀ ਠੰਡ ਪੈਂਦੀ ਹੈ ਉਦੋਂ ਫਿਰ ਸਰੀਰ ਦਾ ਅਤੇ ਇੰਦਰੀਆਂ ਦਾ ਰਸ ਸੋਖਿਆ ਜਾਂਦਾ, ਖਿੱਚ ਲੈਂਦੇ ਹੈ। ਤੇ ਪ੍ਰੀਤ ਦੇ ਵਿੱਚ ਜਗਿਆਸੂ ਭਿੱਜੀ ਹੋਈ ਬਿਰਤੀ ਕੀ ਕਹਿੰਦੀ ਹੈ, ਆਵਤ ਕੀ ਨਾਹੀ ਮਨ ਤਨ ਵਸਹਿ ਮੁਖੇ। ਹੇ ਵਾਹਿਗੁਰੂ, ਹੁਣ ਕਿਉਂ ਨਹੀਂ ਤੁਸੀਂ ਆਉਂਦੇ, ਕਿਉਂ ਨਹੀਂ ਸਾਖਿਆਤ ਹੁੰਦੇ? ਮੇਰੇ ਮਨ ਵਿੱਚ ਵੀ, ਮੇਰੇ ਤਨ ਵਿੱਚ ਵੀ, ਮੇਰੇ ਮੁਖ ਵਿੱਚ ਵੀ ਆਪ ਵਸ ਰਹੇ ਹੋ। ਮਨ ਤਨ ਰਵ ਰਹਿਆ ਜਗ ਜੀਵਨ। ਹੇ ਜਗਤ ਦੇ ਜੀਵਨ ਰੂਪ ਵਾਹਿਗੁਰੂ, ਮੇਰੇ ਮਨ ਤੇ ਤਨ ਵਿੱਚ ਆਪ ਰਵ ਰਹੇ ਹੋ, ਮਿਲ ਰਹੇ ਹੋ। ਗੁਰ ਸ਼ਬਦੀ ਰੰਗ ਮਾਣੀ, ਗੁਰੂ ਜੀ ਦੇ ਸ਼ਬਦ ਦੁਆਰਾ ਇਹ ਰੰਗ, ਇਹ ਆਨੰਦ ਮਾਣਿਆ ਹੈ। ਇਹ ਅਵਸਥਾ ਗੁਰੂ ਜੀ ਦੇ ਸ਼ਬਦ ਨਾਲ ਪ੍ਰਾਪਤ ਹੋਈ ਹੈ। ਆਪ ਮਹਾਰਾਜ ਮਨ ਤੇ ਤਨ ਵਿੱਚ ਰਵ ਰਹੇ ਹੋ, ਮਿਲ ਰਹੇ ਹੋ। ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ। ਇਹ ਜਿੰਨੀਆਂ ਚਾਰ ਖਾਣੀਆਂ ਉਹਨਾਂ ਵਿੱਚ ਆਪ ਦੀ ਜੋਤ ਜਿਹੜੀ ਹੈ ਸਮਾਈ ਹੋਈ ਹੈ, ਮਿਲੀ ਹੋਈ ਹੈ। ਮਹਾਰਾਜ ਸਾਡੀ ਤਾਂ ਇੱਕੋ ਹੀ ਬੇਨਤੀ ਹੈ ਕਿ ਸਾਨੂੰ ਸਾਖਿਆਤ ਹੋ ਜਾਵੋ। ਸਾਡੇ ਸਰੀਰ ਵਿੱਚ ਵੀ ਤੁਹਾਡਾ ਪਿਆਰ ਰਮ ਰਿਹਾ ਹੈ, ਮਨ ਵਿੱਚ ਵੀ ਪਿਆਰ ਰਮ ਰਿਹਾ ਹੈ। ਸਾਡੀ ਇਹ ਬੇਨਤੀ ਹੈ, ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ। ਮਹਾਰਾਜ ਇਹੋ ਜੀ ਮੈਨੂੰ ਮਤ ਦਿਓ ਕਿ ਮੈਂ ਮੋਕਸ਼ ਨੂੰ ਪਾ ਲਵਾਂ। ਸੱਚੇ ਪਾਤਸ਼ਾਹ ਮੈਨੂੰ ਆਪਣੇ ਦਰਸ਼ਨ ਦੇ ਦਿਓ। ਸੱਚੇ ਪਾਤਸ਼ਾਹ ਆਪ ਦਇਆ ਦੇ ਘਰ ਹੋ, ਕਿਰਪਾ ਕਰੋ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਬਖਸ਼ੋ। ਨਾਨਕ ਰੰਗ ਰਵੈ ਰਸ ਰਸੀਆ, ਹਰਸਿਓ ਪ੍ਰੀਤ ਸਨੇਹੋ। ਜਿਨ੍ਹਾਂ ਦੀ ਹਰੀ ਦੇ ਨਾਲ ਇਹੋ ਜੀ ਪ੍ਰੀਤੀ ਹੈ, ਇਹੋ ਜਿਹਾ ਸਨੇਹੋ ਹੈ, ਸੱਚੇ ਪਾਤਸ਼ਾਹ ਕਹਿੰਦੇ ਰਸ ਦੇ ਵਿੱਚ ਉਹਨਾਂ ਦਾ ਮਨ ਰਸੀਆ ਹੋ ਕਰਕੇ ਵਾਹਿਗੁਰੂ ਦੇ ਪਿਆਰ ਨੂੰ ਸਦਾ ਮਾਣਦਾ ਹੈ। ਤੇ ਇੱਕ ਦਿਨ ਐਸਾ ਆਉਂਦਾ ਹੈ ਜਦੋਂ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਵੇਂ ਨਦੀਆਂ ਸਮੁੰਦਰ ਵਿੱਚ ਜਾ ਮਿਲਦੀਆਂ ਨਾ, ਇਵੇਂ ਵਾਹਿਗੁਰੂ ਵਿੱਚ ਉਹਨਾਂ ਦੀ ਬਿਰਤੀ ਅਭੇਦ ਹੋ ਜਾਂਦੀ ਹੈ। ਜਿੱਥੋਂ ਉਪਜੇ ਉੱਥੇ ਜਾ ਕਰਕੇ ਮਿਲ ਜਾਂਦੇ ਹੈ। ਇਹ ਸੱਚੀ ਪ੍ਰੀਤ ਦਾ ਸਮਾਹੜਾ ਆਨੰਦ ਪ੍ਰਾਪਤ ਹੁੰਦਾ ਏ। ਕਰ ਗਹਿ ਲੀਨੀ ਪਾਰ ਬ੍ਰਹਮ। ਪਾਰ ਬ੍ਰਹਮ ਵਾਹਿਗੁਰੂ ਨੇ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਉਹਨੇ ਮਨ ਰੂਪੀ ਹੱਥ ਨੂੰ ਪਕੜ ਕੇ ਆਪਣੀ ਜਿਹੜਾ ਸੀ ਬਣਾ ਲਿਆ। ਕਰ ਹੁੰਦਾ ਹੱਥ, ਗਹਿ ਹੁੰਦਾ ਪਕੜ ਕੇ। ਕਰ ਗਹਿ ਲੀਨੀ ਪਾਰ ਬ੍ਰਹਮ। ਵਾਹਿਗੁਰੂ ਨੇ ਮਨ ਰੂਪੀ ਹੱਥ ਨੂੰ ਜਾਂ ਬਿਰਤੀ ਰੂਪੀ ਹੱਥ ਨੂੰ ਪਕੜ ਕੇ ਆਪਣੇ ਵੱਲ ਕਰ ਲਿਆ। ਬਹੁੜ ਨਾ ਵਿਛੜੀ ਆਹੋ। ਬੜੋਂ ਫਿਰ ਮਹਾਰਾਜ ਕਹਿੰਦੇ ਵਿਛੋੜਾ ਨਹੀਂ ਹੁੰਦਾ। ਜਦੋਂ ਇੱਕ ਵਾਰੀ ਵਾਹਿਗੁਰੂ ਜੀ ਆਪਣੇ ਨਾਲ ਮੇਲ ਲੈਂਦੇ ਐ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਜਦੋਂ ਵਾਹਿਗੁਰੂ ਜੀ ਸਾਖਿਆਤ ਹੋ ਜਾਂਦੇ ਆ ਨਾ, ਫਿਰ ਛੱਡ ਕੇ ਨਹੀਂ ਕਿਤੇ ਜਾਂਦੇ ਹਨ। ਇਉਂ ਮਹਾਰਾਜ ਕਹਿੰਦੇ ਬਹੁੜ ਫਿਰ ਜਿਹੜਾ ਹੈ ਨਾ ਜਨਮ ਵਿੱਚ ਆਉਣਾ ਤੇ ਫਿਰ ਜਾ ਕਰਕੇ ਜਿਹੜਾ ਹੈ ਯਤਨ ਕਰਨੇ ਮਿਲਣ ਦੇ, ਉਹ ਵਿਛੋੜਾ ਫਿਰ ਹੁੰਦਾ ਹੀ ਨਹੀਂ, ਮਿਲਾਪ ਹੀ ਸਦਾ ਰਹਿੰਦਾ ਹੈ। ਫਿਰ ਕਦੇ ਵੀ ਵਿਛੋੜਾ ਨਹੀਂ ਹੁੰਦਾ ਏ। ਬਾਰ ਜਾਓ ਲੱਖ ਬੇਰੀਆ। ਹਜੂਰ ਕਹਿੰਦੇ ਇੱਕ ਵਾਰ ਨਹੀਂ, ਲੱਖਾਂ ਵਾਰ ਹੀ ਅਸੀਂ ਵਾਹਿਗੁਰੂ ਤੋਂ ਜਿਹੜਾ ਹੈ ਬਲਹਾਰ ਕੁਰਬਾਨ ਜਾਂਦੇ ਹਾਂ। ਹਰ ਸੱਜਣ ਅਗਮ ਅਗਾਹੋ। ਉਹ ਜਿਹੜਾ ਹਰੀ ਹੈ ਨਾ, ਉਹ ਲੋਕ ਪਰਲੋਕ ਦਾ ਸੱਜਣ ਮੈਂ। ਮਨ ਦੀ ਗਮਤਾ ਕਰਕੇ ਮਹਾਰਾਜ ਕਹਿੰਦੇ ਨੇ ਅਸੁੱਧ ਮਨ ਕਰਕੇ ਉਹਦੇ ਤੱਕ ਪਹੁੰਚਿਆ ਨਹੀਂ ਜਾਂਦਾ। ਮਨ ਦੇ ਫੁਰਨੇ ਉਹਦੇ ਤੱਕ ਪਹੁੰਚ ਨਹੀਂ ਸਕਦੇ। ਅਗਾਹੋ ਡੂੰਘਾ ਹੈ ਅਤਸ਼ੈ ਕਰਕੇ। ਮਹਾਰਾਜ ਕਹਿੰਦੇ ਉਹਦੀ ਡੂੰਘਾਈ ਨੂੰ ਨਾਪਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਗਾਹੋ ਪਕੜਨ ਤੋਂ ਰਹਿਤ ਵੈ, ਹੱਥਾਂ ਨਾਲ ਪਕੜਿਆ ਨਹੀਂ ਜਾ ਸਕਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਸ ਵਾਹਿਗੁਰੂ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ ਜੋ ਲੋਕ ਪ੍ਰਲੋਕ ਵਿੱਚ ਹਰੀ ਸੱਜਣ ਦੀ ਨਿਆਈ ਸਹਾਇਤਾ ਕਰਦਾ ਏ। ਸ਼ਰਮ ਪਈ ਨਾਰਾਇਣ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਸਿੱਖੋ, ਵਾਹਿਗੁਰੂ ਦੇ ਦਰ ਤੇ ਸਦਾ ਹੀ ਝੁਕੇ ਰਹਿਣਾ ਚਾਹੀਦਾ ਹੈ, ਕਦੇ ਦਰ ਨਹੀਂ ਛੱਡਣਾ ਚਾਹੀਦਾ।
ਮਹਾਰਾਜ ਸੱਚੇ ਪਾਤਸ਼ਾਹ ਉਹਦਾ ਕੀ ਲਾਭ ਹੁੰਦਾ ਹੈ। ਹਜੂਰ ਕਹਿੰਦੇ ਐ ਕਿ ਇੱਕ ਦਿਨ ਫਿਰ ਵਾਹਿਗੁਰੂ ਨੂੰ ਦਰ ਤੇ ਪਏ ਹੋਏ ਨੂੰ ਵੇਖ ਕਰਕੇ ਲੱਜਾ ਆ ਜਾਂਦੀ ਐ। ਨਾਨਕ ਦਰ ਪਈਆ ਹੋ। ਸਤਿਗੁਰੂ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਦਰ ਪਈਆ ਹੋ, ਦਰ ਤੇ ਪੈ ਜਾਵੋ। ਵਾਹਿਗੁਰੂ ਦੇ ਦਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਪਏ ਹੋਏ ਆਂ। ਗਰੀਬ ਨਵਾਜ਼ ਸਿੱਖਿਆ ਦਿੰਦੇ ਐ ਕਿ ਵਾਹਿਗੁਰੂ ਦੇ ਦਰ ਤੇ ਪਿਆ ਹੋਇਆਂ ਨੂੰ ਕਿਤੇ ਫਿਰ ਉਸ ਨਾਰਾਇਣ ਨੂੰ ਜੋ ਸਾਰੇ ਨਰਾਂ ਵਿੱਚ ਆਇਆ ਹੋਇਆ ਤੇ ਨਾਰਾਇਣ ਜਿਹਦੇ ਅੰਦਰ ਨਹੀਂ ਹੈ ਅਵਿਦਿਆ ਰੂਪੀ ਰਾਤ, ਉਸ ਪਰਮੇਸ਼ਰ ਨੂੰ ਸ਼ਰਮ ਪੈ ਜਾਏਗੀ ਦਰ ਤੇ ਪਏ ਹੋਏ ਨੂੰ ਵੇਖ ਕਰਕੇ। ਜਿਵੇਂ ਕਬੀਰ ਸਾਹਿਬ ਜੀ ਨੇ ਵੀ ਆਖਿਆ ਨਾ ਕਿ ਮੈਂ ਮਰਨਾ ਤਾਂ ਚਾਹੁੰਦਾ ਹਾਂ ਪਰ ਕਹਿੰਦੇ ਮਰਾਂ ਤਾਂ ਹਰ ਕੈ ਦੁਆਰ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰਾਂ ਤਾਂ ਹਰ ਕੈ ਦੁਆਰ। ਕਿਉਂ ਕਬੀਰ ਜੀ? ਕਬੀਰ ਸਾਹਿਬ ਕਹਿੰਦੇ ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਬਾਰ। ਕਿਤੇ ਮਰਨ ਵਾਲਾ ਜਿਹੜਾ ਹੈ ਇਸ ਪ੍ਰਕਾਰ ਮੈਨੂੰ ਜਦੋਂ ਮਰਿਆ ਹੋਇਆਂ ਨੂੰ ਵੇਖ ਕੇ ਉੱਥੇ ਪਏ ਹੋਏ ਨੂੰ ਮਤਾ ਹਰੀ ਪੁੱਛ ਹੀ ਲਵੇ ਕਿ ਮਰਨ ਵਾਲਿਆ ਤੂੰ ਕੌਣ ਹੈ ਜਿਹੜਾ ਮੇਰੇ ਦਰ ਤੇ ਪਿਆ ਹੋਇਆ, ਤੇ ਇੰਨੇ 'ਚ ਹੀ ਮੇਰਾ ਭਲਾ ਹੋ ਜਾਵੇਗਾ। ਜਿਵੇਂ ਜਾਨੀ ਫਕੀਰ ਜਿਹੜਾ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦੁਆਰੇ ਤੇ ਬੈਠ ਗਿਆ ਸੀ ਤੇ ਸੱਚੇ ਪਾਤਸ਼ਾਹ ਨੇ ਉਸ ਨੂੰ ਬ੍ਰਹਮ ਗਿਆਨ ਬਖਸ਼ ਕੇ ਨਿਹਾਲ ਕੀਤਾ ਸੀਗਾ। ਮਹਾਰਾਜ ਪਹਿਲੋਂ ਪਰਖਿਆ ਵੀ ਸੀ ਪਰ ਉਹਨੇ ਦੁਆਰਾ ਛੱਡਿਆ ਹੀ ਨਹੀਂ, ਮਹਾਰਾਜ ਦੇ ਦੁਆਰੇ ਤੇ ਹੀ ਪਿਆ ਰਿਹਾ। ਇਸੇ ਕਰਕੇ ਮਹਾਰਾਜ ਕਹਿੰਦੇ ਆ ਨਿਸ਼ਚਾ ਰੱਖਣਾ ਚਾਹੀਦਾ ਕਿ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਦਰ ਤੇ ਪਿਆ ਹੋਇਆਂ ਦੀ ਵਾਹਿਗੁਰੂ ਫਿਰ ਲਾਜ ਰੱਖ ਲੈਂਦਾ, ਉਹਨੂੰ ਲੱਜਾ ਪੈ ਜਾਂਦੀ ਹੈ, ਸ਼ਰਮ ਪੈ ਜਾਂਦੀ ਹੈ ਦਰ ਤੇ ਪਏ ਹੋਏ ਨੂੰ ਵੇਖ ਕਰਕੇ ਕਿ ਇਹਨੂੰ ਹੁਣ ਮੇਰੇ ਤੇ ਹੀ ਨਿਸ਼ਚਾ, ਹੋਰ ਸਾਰੇ ਆਸਰੇ ਮੁਕਾ ਕੇ ਮੇਰਾ ਹੀ ਨਿਸ਼ਚਾ ਕਰਕੇ ਧਾਰ ਕੇ ਬੈਠਾ ਏ। ਪੋਖ ਸੋਹੰਦਾ ਸਰਬ ਸੁਖ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਪੋਹ ਦਾ ਮਹੀਨਾ ਨਾ ਇਹ ਸੁਹੰਦਾ ਸੋਭਨੀਕ ਹੈ ਉਹਨਾਂ ਲਈ। ਮਨੁੱਖਾ ਜਨਮ ਰੂਪੀ ਪੋਹ ਦਾ ਮਹੀਨਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਬੜਾ ਹੀ ਸੋਭਨੀਕ ਹੈ ਤੇ ਉਹਨਾਂ ਨੂੰ ਸਾਰੇ ਹੀ ਸੁੱਖ ਜਿਹੜੇ ਆ ਪ੍ਰਾਪਤ ਹੁੰਦੇ ਆ। ਜਿਸ ਬਖਸ਼ੇ ਬੇਪਰਵਾਹੋ। ਬੇਪਰਵਾਹ ਪਰਮੇਸ਼ਰ, ਜਿਹਨੂੰ ਕੋਈ ਕਿਸੇ ਪ੍ਰਕਾਰ ਦੀ ਪਰਵਾਹ ਨਹੀਂ, ਕੋਈ ਖਾਹਿਸ਼ ਨਹੀਂ, ਜਿਸ ਨੂੰ ਪਰਮੇਸ਼ਰ ਨੇ ਆਪ ਬਖਸ਼ ਲਿਆ ਨਾ, ਮਹਾਰਾਜ ਕਹਿੰਦੇ ਪੋਹ ਦਾ ਮਹੀਨਾ ਉਹਨੂੰ ਭਾਈ ਬੜਾ ਹੀ ਸੋਭਨੀਕ ਹੈ ਅਤੇ ਸਾਰੇ ਸੁੱਖ ਜਿਹੜੇ ਆ ਉਹਨੂੰ ਪ੍ਰਾਪਤ ਰਹਿੰਦੇ ਆ ਜਿਹਨੂੰ ਮੇਰੇ ਵਾਹਿਗੁਰੂ ਨੇ ਬਖਸ਼ ਲਿਆ। ਜਿਹੜੇ ਨਿਰੰਕਾਰ ਦੇ ਬਖਸ਼ੇ ਹੋਏ ਆ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਦਾ ਹੀ ਆਨੰਦ ਹੈ। ਭਾਵੇਂ ਕਿ ਬਾਹਰੋਂ ਸਰੀਰ ਕਰਕੇ ਵੇਖਣ ਨੂੰ ਸੰਸਾਰ ਕਹਿੰਦਾ ਹੈ ਕਿ ਦੁੱਖ ਬਹੁਤ ਹੈ, ਪਰ ਉਹ ਕਹਿੰਦੇ ਆਨੰਦ ਹੀ ਬਹੁਤ ਹੈ। ਉਹ ਤਾਂ ਕਹਿੰਦੇ ਸੁੱਖ ਹੀ ਬਹੁਤ ਜ਼ਿਆਦਾ ਹੈ, ਕਿਉਂਕਿ ਮੇਰੇ ਵਾਹਿਗੁਰੂ ਨੇ ਜਿਨ੍ਹਾਂ ਨੂੰ ਬਖਸ਼ ਦਿੱਤਾ ਨਾ ਉਹ ਕਦੇ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ। ਉਹਨਾਂ ਦੀ ਅਵਸਥਾ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਜੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਤੋ ਸੱਚੇ ਪਾਤਸ਼ਾਹ ਜੀ ਨੇ ਇਹ ਪੋਹ ਦੇ ਮਹੀਨੇ ਦਾ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨਾਮ ਦੀ ਮਹਿਮਾ ਦੱਸਦੇ ਹੋਏ ਵਾਹਿਗੁਰੂ ਨਾਲ ਪ੍ਰੇਮ ਕਰਨ ਦੀ ਮਹਾਰਾਜ ਸਿੱਖਿਆ ਦ੍ਰਿੜਾਉਂਦੇ ਹੈ। ਜਦੋਂ ਜ਼ਿੰਦਗੀ ਅੰਦਰ ਵਾਹਿਗੁਰੂ ਦਾ ਪਿਆਰ ਦਾ ਪ੍ਰਸਾਦ ਪ੍ਰਾਪਤ ਹੋ ਗਿਆ, ਜਨਮ ਸਫਲਾ ਹੋ ਜਾਵੇਗਾ। ਆਉਣਾ ਸੰਸਾਰ ਵਿੱਚ ਜਨਮ ਲੈ ਕਰਕੇ ਇਹ ਸਾਰਥਕ ਹੋ ਜਾਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਦੀ ਪ੍ਰੀਤ ਤੋਂ ਬਿਨਾਂ ਇਹ ਸਾਰਾ ਸਰੀਰ, ਇਹ ਜਨਮ ਸਖਣਾ ਹੈ, ਖਾਲੀ ਹੈ। ਵਾਹਿਗੁਰੂ ਦੇ ਪ੍ਰੇਮ ਨਾਲ ਹੀ ਇਹ ਮਨ, ਇਹ ਸਰੀਰ ਸਫਲਾ ਹੁੰਦਾ ਹੈ। ਉਹਨਾਂ ਨੂੰ ਸਾਰੇ ਸੁੱਖ ਰਹਿੰਦੇ ਹੈ। ਉਹਨਾਂ ਨੂੰ ਇਹ ਜ਼ਿੰਦਗੀ ਰੂਪੀ ਪੋਹ ਦਾ ਮਹੀਨਾ ਵੀ ਮਹਾਰਾਜ ਕਹਿੰਦੇ ਭਾਈ ਸਦਾ ਸੁਖਦਾਈ ਹੁੰਦਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪ ਹੀ ਬਖਸ਼ ਲਿਆ ਹੈ, ਰਹਿਮਤਾਂ ਕੀਤੀਆਂ ਹਨ। ਇਹ ਸਤਿਗੁਰਾਂ ਜੀ ਨੇ ਪੋਹ ਦੇ ਮਹੀਨੇ ਦਾ ਹਜੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਦਾ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਮਹਾਰਾਜ ਬਖਸ਼ ਲੈਣੀਆਂ ਜੀ। ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਪੋਖ ਸੋਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब में दुख भंजन गुणतास, हे संगी हे निरंकार हे निर्गुण सब, हे गोबिंद हे गुण निधान जाकै सदा बबेक। हे अपरंपर हर हरे हह पी होवन हार हे संतह कै सदा संग निधारा आधार। हे ठाकुर हूँ दास रो मैं निर्गुण गुण नहीं कोय। नानक दीजै नाम दान राखो हिय परो। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सो उतरे पार। जो श्रद्धा कर सेम दे गुर पार उतारन हार। कथा निता प्रत होत है सुनहु सो सिंह सुजान। नानक गुरु गोबिंद सिंह जी सदा करे कल्याण। नानक गुरु गोबिंद सिंह जी सदा करे कल्याण। वाहिगुरु जी का खालसा वाहिगुरु जी की फतेह। तू ठाकुर।